ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਅੱਜ 25 ਅਪ੍ਰੈਲ ਦਿਨ ਹੈਗਾ ਜੀ ਮੰਗਲਵਾਰ, ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਨਿਊਜ਼ ਐਨਾਲਿਸਟ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਪੰਜਾਬ ਤੋਂ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਹਾਂ। ਕੁਝ ਅਜਿਹੇ ਚਿਹਰੇ ਹੁੰਦੇ ਨੇ, ਕੁਝ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ, ਉਹਨਾਂ ਬਾਰੇ ਚਰਚਾ ਕਰਨੀ ਸੁਭਾਵਿਕ ਹੋ ਜਾਂਦੀ ਆ। ਆਪਾਂ ਨੂੰ ਪਤਾ ਵੀ ਕੱਲ ਉੱਥੇ 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਬਾਦਲ ਆ, ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਨਾਲ ਸੰਬੰਧਿਤ ਗੱਲ ਕਰਨੀ ਬਣਦੀ ਹੋਈ ਆ, ਤੇ ਆਪਾਂ ਸ਼ੁਰੂਆਤ ਉਸੇ ਤੋਂ ਹੀ ਕਰਦੇ ਹਾਂ। 6 ਦਹਾਕਿਆਂ ਦਾ ਸਿਆਸੀ ਸਫ਼ਰ ਰਿਹਾ। ਪ੍ਰਕਾਸ਼ ਬਾਦਲ ਹੁਣਾਂ ਨੇ ਕੀ ਖੱਟਿਆ, ਕੀ ਗਵਾਇਆ? ਬਿਲਕੁਲ ਜੀ, ਮਤਲਬ ਕਿ ਜੇ ਤੱਕ ਤੁਸੀਂ ਪੰਜਾਬ ਦੀ ਰਾਜਨੀਤੀ ਦੀ ਜਦੋਂ ਗੱਲ ਕਰੋਗੇ, ਪੰਜਾਬ ਦੇ ਸਿਆਸੀ ਸਫਾ ਦੇ ਵਿੱਚ ਜਦੋਂ ਝਾਤ ਮਾਰੋਗੇ, ਪੰਜਾਬ ਦੀ ਸਿਆਸਤ ਦੇ ਜਦੋਂ ਪੰਨੇ ਫਰੋਲੋਗੇ, ਤਾਂ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਵੇਗਾ ਹੀ ਆਏਗਾ। ਉਹ ਚੋਂ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਲੱਭਣਾ ਹੀ ਪਏਗਾ, ਉਹਦਾ ਜ਼ਿਕਰ ਹੋਏਗਾ ਹੀ ਹੋਏਗਾ। ਹੁਣ ਇਹ ਕਿਹੜੇ ਪਾਸੇ ਤੋਂ ਹੁੰਦਾ, ਇਹ ਵਿਚਾਰਨ ਵਾਲੀ ਗੱਲ ਹੈ। ਇਸ ਮੌਕੇ ਜਿਸ ਉਮਰ ਦੇ ਪੜਾਅ ਤੇ ਆ ਕੇ ਉਹ ਇਸ ਫਾਨੀ ਸੰਸਾਰ ਤੋਂ ਗਏ ਨੇ, ਠੀਕ ਹੈ, ਉਹਨਾਂ ਦੇ ਪਰਿਵਾਰ ਦੇ ਲਈ ਇਹ ਵੱਡਾ ਘਾਟਾ ਹੈ। ਸਿਆਸੀ ਉਹਨਾਂ ਦੀ ਪਾਰਟੀ ਦੇ ਲਈ ਇਹ ਵੱਡਾ ਘਾਟਾ ਹੈ। ਉਹਨਾਂ ਦੇ ਨੇੜਲੇ ਰਾਜਨੀਤਿਕ ਧਿਰਾਂ ਦੇ ਲਈ ਇਹ ਵੱਡਾ ਘਾਟਾ ਹੈ। ਪਰ ਪੰਜਾਬ, ਪੰਜਾਬੀਅਤ ਇਸ ਨੂੰ ਵੱਖਰੇ ਤਰੀਕੇ ਨਾਲ ਵੀ ਮਹਿਸੂਸ ਕਰ ਰਿਹਾ। ਇਹ ਹੈਰਾਨੀ ਵਾਲੀ ਗੱਲ ਹੈ। ਇਸ ਦੇ ਵਿੱਚ ਦੋਏ ਤਰ੍ਹਾਂ ਦੀਆਂ ਸ਼ਾਮਲ ਨੇ ਕਿ ਮਤਲਬ ਜਾਣਾ ਸਾਰਿਆਂ ਨੇ ਇਸ ਸੰਸਾਰ ਤੋਂ, ਸਭ ਨੇ ਵਿਦਾ ਹੋ ਜਾਣਾ। ਸੋ ਇਸ ਲਈ ਪ੍ਰਕਾਸ਼ ਸਿੰਘ ਬਾਦਲ ਦਾ ਜਦੋਂ ਮੈਂ ਸਿਆਸੀ ਮਤਲਬ ਇਸ ਸਫ਼ਰ ਦੇ ਵਿੱਚ ਇਹ ਵਰਤਾਰਾ ਦੇਖਦਾ ਕਿ ਉਹਨਾਂ ਦਾ ਆਉਣਾ ਤੇ ਉਹਦੇ ਵਿੱਚੋਂ ਸਰਪੰਚੀ ਤੋਂ ਸ਼ੁਰੂ ਹੋਣਾ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ, MLA ਤੋਂ ਲੈ ਕੇ ਮੁੱਖ ਮੰਤਰੀ ਤੱਕ ਜਾਣਾ, ਔਰ ਇੱਕ ਵਾਰ ਨਹੀਂ 5 ਵਾਰ ਬਣਨਾ। ਫਿਰ ਖਾਸ ਕਰਕੇ ਪੰਜਾਬ ਦੇ ਮੋਰਚਿਆਂ 'ਚ ਅਹਿਮ ਭੂਮਿਕਾ ਰਹਿਣੀ, ਚਾਹੇ ਉਹ ਪਾਣੀਆਂ ਬਚਾਓ ਮੋਰਚੇ ਹੋਣ, ਚਾਹੇ ਉਹ ਦਿੱਲੀ ਮਤਲਬ ਕਿ ਖਿਲਾਫ ਕੋਈ ਧਰਨੇ ਮੁਜ਼ਾਹਰੇ ਹੋਣ, ਚਾਹੇ ਕਿਸਾਨੀ ਮਸਲੇ ਹੋਣ, ਉਹਨਾਂ 'ਚ ਭੂਮਿਕਾ ਰਹਿਣੀ। ਕੇਂਦਰ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਖਾਸਾ ਕੁਝ ਮਨਾ ਲਿਆਉਣਾ, ਕਰਾ ਲਿਆਉਣਾ। ਸੋ ਉਹ ਸਭ ਦੇ ਬਾਵਜੂਦ ਵੀ ਕੋਈ ਅਜਿਹੀ ਲੀਕ ਨਹੀਂ ਖਿੱਚ ਸਕੇ ਜਿਹਨੂੰ ਪੰਜਾਬ ਇੱਕ ਲਾਈਨ 'ਚ ਯਾਦ ਕਰ ਸਕੇ ਕਿ ਆਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਮਤਲਬ ਇੰਨਾ ਲੰਬਾ ਸਫ਼ਰ ਤੁਹਾਡਾ ਰਾਜ ਦਾ, 3 ਦਹਾਕਿਆਂ 6 ਦਹਾਕਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਮਤਲਬ ਲਗਭਗ 6 ਦਹਾਕੇ ਦਾ ਮਤਲਬ 60 ਸਾਲ ਤੋਂ ਉੱਪਰ ਤੁਸੀਂ ਰਾਜਨੀਤੀ ਸਫ਼ਰ 'ਚ ਵਿਚਰੇ ਹੋ, ਤੇ ਉਹ 60 ਸਾਲਾਂ ਦੇ ਤੁਸੀਂ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ। ਬੇਸ਼ੱਕ ਕਾਰਜਕਾਲ ਹਰ ਵਾਰ ਪੂਰਾ ਨਾ ਹੋਇਆ ਹੋਵੇ, ਪਰ ਪਿਛਲੇ 3 ਕਾਰਜਕਾਲ ਤਾਂ ਬਿਲਕੁਲ ਪੂਰੇ ਹੀ ਨੇ। 1997 ਵਾਲਾ ਕਾਰਜਕਾਲ ਬਿਲਕੁਲ ਪੂਰਾ ਰਿਹਾ, ਉਸ ਤੋਂ ਬਾਅਦ 2007 ਵਾਲਾ, 2012 ਵਾਲਾ। ਸੋ ਇਹ ਕਾਰਜਕਾਲ ਤਾਂ ਲਗਭਗ ਬਿਲਕੁਲ ਪੂਰੇ ਰਹੇ ਨੇ। ਸੋ ਲਗਭਗ 15 ਸਾਲ ਤਾਂ ਬਿਲਕੁਲ ਪੂਰੀ ਤੌਰ ਤੇ ਬਾਕੀ ਫਿਰ। ਸੋ 60 ਸਾਲਾਂ ਦੇ ਰਾਜਨੀਤਿਕ ਸਫ਼ਰ ਤੋਂ ਲੰਮਾ ਸਮਾਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਉਹਦੇ ਬਾਵਜੂਦ ਵੀ ਮਤਲਬ ਕਿ ਕੁਛ ਜਿਹਾ, ਬੇਸ਼ੱਕ ਮਤਲਬ ਕਿ ਤੁਸੀਂ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਇਹਨਾਂ ਦੀ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਪਿੰਡਾਂ ਦੀ ਪਾਰਟੀ ਮੰਨਿਆ ਜਾਂਦਾ ਸੀ, ਕਿਸਾਨਾਂ ਦੀ ਪਾਰਟੀ ਮੰਨਿਆ ਜਾਂਦਾ ਸੀ, ਹੈਨਾ, ਆਮ ਲੋਕਾਂ ਦੀ ਪਾਰਟੀ ਮੰਨਿਆ ਜਾਂਦਾ ਸੀ, ਪੰਥਕ ਮਸਲਿਆਂ ਲਈ ਕੰਮ ਕਰਨ ਵਾਲੀ ਪਾਰਟੀ ਮੰਨਿਆ ਜਾਂਦਾ ਸੀ। ਪਰ ਹੌਲੀ ਹੌਲੀ ਇਹ ਵਰਤਾਰਾ ਉਲਟ ਹੁੰਦਾ ਗਿਆ। ਕੰਪਨੀ ਪਰਿਵਾਰ ਦੀ ਮਤਲਬ ਪਾਰਟੀ ਕੰਪਨੀ ਬਣ ਕੇ ਕੰਮ ਕਰਨ ਲੱਗ ਗਈ, ਪਰਿਵਾਰ ਦੀ ਕੰਪਨੀ ਬਣ ਕੇ ਰਹਿਣ ਲੱਗ ਗਈ, ਤੇ ਉਹਦੇ ਵਿਚਾਲੇ ਫਿਰ ਇਹ ਆਉਣ ਲੱਗ ਗਿਆ ਕਿ ਅਸੀਂ ਇਹਨੂੰ CEO ਵਾਂਗ ਚਲਾਵਾਂਗੇ, ਇਹਨੂੰ ਕੰਪਨੀ ਵਾਂਗ ਚਲਾਵਾਂਗੇ, ਹੈਨਾ। ਫਿਰ ਇਹ ਹੁਣ ਪੰਥਕ ਪਾਰਟੀ ਨਹੀਂ ਰਹੀ, ਹੈਨਾ, ਇਹ ਹੁਣ ਸਾਰਿਆਂ ਦੀ ਪਾਰਟੀ ਬਣ ਗਈ ਜੀ। ਹੁਣ ਇਹ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ, ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਅਕਾਲੀ ਦਲ ਔਰ ਭਾਜਪਾ ਦੀ ਗੱਠਜੋੜ ਨਾਲ ਨਹੀਂ ਹੋਣਾ, ਪਰ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਸੇ ਤਰ੍ਹਾਂ ਸਾਡੀ ਰਾਜਨੀਤੀ ਚੱਲਣੀ। ਸੋ ਇਸ ਲਈ ਉਸ ਨਾਤੇ ਵੀ ਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ 5 ਵਾਰ CM, 11 ਵਾਰ MLA, 95 ਸਾਲ ਦੀ ਉਮਰ ਦੇ ਵਿੱਚ ਦੇਹਾਂਤ, ਮਤਲਬ ਜਿਹੜਾ ਫੋਰਟਿਸਟ ਹਸਪਤਾਲ ਹੈ ਉਹ 'ਚ ਲੰਘੀ ਰਾਤ 7:42 ਤੇ ਆਖਰੀ ਸਾਹ ਲਿਆ।
ਤੇ ਤੁਸੀਂ ਇਹ ਦੇਖੋ ਕਿ 8 ਦਸੰਬਰ 1927 ਨੂੰ ਆਪਣੇ ਨਾਨਕੇ ਪਿੰਡ ਸ੍ਰੀ ਮੁਕਤਸਰ ਸਾਹਿਬ ਦੇ ਨਾਨਕੇ ਪਿੰਡ ਦੇ ਵਿੱਚ ਹੈ ਨਾ ਅਬੂਲ ਖੁਰਾਣਾ ਪਿੰਡ ਆ ਜਿਹੜਾ, ਉੱਥੇ ਜਨਮ ਹੁੰਦਾ। ਤੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਇੱਕ ਹਸਪਤਾਲ ਦੇ ਵਿੱਚ 25 ਅਪ੍ਰੈਲ 2023 ਨੂੰ ਦੇਹਾਂਤ ਹੁੰਦਾ। ਤੇ ਅੱਜ ਕਹਿੰਦੇ ਜੀ ਉਹਨਾਂ ਦੇ ਸਰੀਰ ਨੂੰ ਚੰਡੀਗੜ੍ਹ 'ਚ ਜਿਹੜਾ ਅਕਾਲੀ ਦਲ ਦਾ ਦਫ਼ਤਰ ਹੈ ਉੱਥੇ ਰੱਖਿਆ ਜਾਣਾ ਸਵੇਰੇ 10 ਤੋਂ 12 ਵਜੇ ਤੱਕ, ਕਿ 2 ਘੰਟੇ ਲਈ ਇੱਥੇ ਜਿਹੜੇ ਲੋਕ ਨੇ ਉਹ ਆ ਕੇ ਅੰਤਮ ਦਰਸ਼ਨ ਕਰ ਲੈਣ। ਫਿਰ ਉਸ ਤੋਂ ਬਾਅਦ ਬਕਾਇਦਾ ਕਾਫਲਾ ਤੁਰਨਾ, ਮਤਲਬ ਕਿ ਪਿੰਡ ਬਾਦਲ ਕੰਨੀ ਨੂੰ। ਤੇ ਇਹਦੇ ਵਿੱਚ ਬਕਾਇਦਾ ਤੈਅ ਸ਼ਡਿਊਲ ਹੈ ਜੀ ਕਿ ਇੱਥੋਂ ਤੁਰ ਕੇ ਰਾਜਪੁਰੇ, ਫਿਰ ਪਟਿਆਲੇ, ਫਿਰ ਸੰਗਰੂਰ, ਫਿਰ ਬਰਨਾਲਾ, ਫਿਰ ਰਾਮਪੁਰਾ ਫੂਲ, ਤੇ ਇੱਥੋਂ ਹੁੰਦੇ ਫਿਰ ਬਠਿੰਡੇ, ਤੇ ਫਿਰ ਪਿੰਡ। ਇਸ ਪੜਾਅ ਚੋਂ ਲੈ ਕੇ ਜਾਣਾ ਕਿ ਰਾਹ 'ਚ ਰੋਕ ਰੋਕ ਕੇ ਲੋਕ ਮਤਲਬ ਜਿਨ੍ਹਾਂ ਨੇ ਦੇਖਣਾ ਹੈ ਜੀ ਦਰਸ਼ਨ ਕਰ ਲੈਣ, ਜਿਨ੍ਹਾਂ ਨੇ ਫੁੱਲ ਚੜਾਉਣੇ ਫੁੱਲ ਚੜਾਉਣੇ, ਮੱਥੇ ਟੇਕਣੇ ਮੱਥੇ ਟੇਕ ਲੈਣ। ਸੋ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਲਿਖਿਆ। ਹਾਂ, ਲੀਡਰਾਂ ਦੇ ਬਿਆਨ ਦੇ ਹਿਸਾਬ ਨਾਲ ਜੇ ਝਾਤ ਮਾਰੀਏ ਤਾਂ ਮਤਲਬ ਕਿ ਉਹ ਰਾਜਨੀਤਿਕ ਸਫ਼ਰ ਦੇ ਹਵਾਲੇ ਨਾਲ ਵੱਡੀ ਹਸਤੀ ਸੀ। ਸੋ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ, ਭਾਰਤ ਦੇ ਰਾਸ਼ਟਰਪਤੀ ਨੇ ਦੁੱਖ ਪ੍ਰਗਟਾਇਆ, ਪੰਜਾਬ ਦੇ ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਇਆ, ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ, ਲਾਲ ਕ੍ਰਿਸ਼ਨ ਅਡਵਾਨੀ ਦਾ ਸੁਨੇਹਾ ਆ ਰਿਹਾ, ਸੋ ਇੱਧਰ ਰਾਜਨਾਥ ਸਿੰਘ ਹੋਰਾਂ ਦਾ ਸੁਨੇਹਾ ਆ ਰਿਹਾ। ਸੋ ਹੋਰ ਪਾਰਟੀਆਂ ਦੇ ਮਤਲਬ ਪੰਜਾਬ ਦੀਆਂ ਵੱਖ-ਵੱਖ ਧਿਰਾਂ ਦੇ ਪਾਰਟੀਆਂ ਦੇ ਕੈਪਟਨ ਅਮਰਿੰਦਰ ਦਾ, ਸਾਰਿਆਂ ਦੇ ਸੁਨੇਹੇ ਆ ਗਏ, ਸ਼ੋਕ ਸੁਨੇਹੇ ਆ ਗਏ। ਪਰ ਤੁਸੀਂ ਇਹ ਦੇਖੋ ਕਿ ਇਹ ਉਹ ਵਿਅਕਤੀ ਹੈ ਜਿਹਨੂੰ ਪਦਮ ਭੂਸ਼ਣ ਤੱਕ ਮਿਲਿਆ ਹੋਇਆ। ਇਹ ਉਹ ਵਿਅਕਤੀ ਹੈ ਜਿਹਨੂੰ ਫਕਰੇ ਕੌਮ ਮਿਲਿਆ ਹੋਇਆ, ਪਰ ਕੌਮ ਫਕਰ ਫੇਰ ਨਹੀਂ ਕਰਦੀ। ਇਹਦਾ ਮਤਲਬ ਇਹ ਸਵਾਲ ਹੈ ਕਿ ਤੁਸੀਂ ਇਹ ਸਾਰੇ ਜੀਵਨ ਦੇ ਵਿੱਚ 6 ਦਹਾਕਿਆਂ ਦੇ ਰਾਜਨੀਤਿਕ ਸਫ਼ਰ ਦੇ ਵਿੱਚ ਜਿੰਨਾ ਖੱਟਿਆ ਕਿ ਉਹਦੇ ਨਾਲੋਂ ਵੱਧ ਗਵਾ ਤਾਂ ਨਹੀਂ ਲਿਆ। ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਜੀ। ਸਭ ਤੋਂ ਵੱਡੀ ਉਮਰ ਦੇ ਵੀ ਮੁੱਖ ਮੰਤਰੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ। ਮਤਲਬ 43 ਸਾਲ ਦੀ ਉਮਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਜੀ, ਤੇ 84 ਸਾਲ ਦੀ ਉਮਰ 'ਚ ਆਖਰੀ ਵਾਰ ਮੁੱਖ ਮੰਤਰੀ ਬਣੇ। 57 ਵੋਟਾਂ ਨਾਲ ਵੀ ਜਿੱਤੇ ਸੀ ਕਿਸੇ ਸਮੇਂ ਬਰਾੜ ਤੋਂ, ਤੇ ਕਿਤੇ ਕੈਪਟਨ ਅਮਰਿੰਦਰ ਵਰਗੇ ਨੂੰ ਵੀ 23,000 ਤੋਂ ਵੱਧ ਵੋਟਾਂ ਨਾਲ ਹਰਾਤਾ ਸੀ। ਸੋ ਉਹ ਪ੍ਰਕਾਸ਼ ਸਿੰਘ ਬਾਦਲ ਆਪਣਾ ਆਖਰੀ ਚੋਣ ਹਾਰ ਜਾਂਦਾ ਜੀ। ਜਿਨ੍ਹਾਂ ਨੇ ਇਹ ਕਿਹਾ ਹੋਵੇ ਕਿ ਮੈਂ ਹੁਣ, ਮਤਲਬ ਇਹਦਾ ਮਤਲਬ ਤੁਸੀਂ ਲੋਕਾਂ ਨਾਲ ਝੂਠ ਬੋਲਿਆ ਜਾਂ ਲੋਕਾਂ ਨੇ ਸਹੀ ਫੈਸਲਾ ਕੀਤਾ। ਕਿਸੇ ਸਮੇਂ ਬਾਦਲ ਨੇ ਕਹਿ ਕੇ ਕਿਹਾ ਸੀ ਮੇਰੀ ਆਖਰੀ ਚੋਣ, ਇਹੀ ਗੱਲ ਅਮਰਿੰਦਰ ਵੀ ਕਈ ਵਾਰ ਕਹਿੰਦੇ ਰਹੇ ਆਖਰੀ ਚੋਣ, ਪਰ ਨਹੀਂ ਟਿਕਦੇ ਉਹ ਤੋਂ ਬਾਅਦ, ਤੇ ਅਮਰਿੰਦਰ ਵੀ ਹਾਰੇ ਫਿਰ, ਤੇ ਇਧਰ ਪ੍ਰਕਾਸ਼ ਸਿੰਘ ਬਾਦਲ ਵੀ ਆਖਰੀ ਚੋਣ ਆਪਣੇ ਉਸੇ ਇਲਾਕੇ ਤੋਂ ਜੀ ਤੋਂ ਲੰਮੇ ਸਮੇਂ ਨੁਮਾਇੰਦਗੀ ਕੀਤੀ, ਜਿਹੜਾ ਕਹਿੰਦੇ ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਬਿਨਾਂ ਜਾਏ ਮੈਂ ਜਿੱਤ ਜਾਣਾ। ਉੱਥੇ ਪੂਰਾ ਜ਼ੋਰ ਅਜ਼ਮਾਇਸ਼ ਲਾਇਆ, ਪੂਰੀ ਤਾਕਤ ਝੋਂਕੀ, ਉਹਦੇ ਬਾਵਜੂਦ ਸੀਟ ਨਹੀਂ ਬਚੀ। ਸੋ ਇਸ ਲਈ ਇਹ ਵੱਡਾ ਸਵਾਲ ਹੈ। ਉਸੇ ਤਰ੍ਹਾਂ ਮੈਂ ਉਹ ਫਕਰੇ ਕੌਮ ਦੇ ਹਵਾਲੇ ਨਾਲ, ਮਤਲਬ ਕਿ ਗਏ ਬੰਦੇ ਬਾਰੇ ਹੁਣ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ, ਪਰ ਆਪਾਂ ਜਿਸ ਹਵਾਲੇ ਨਾਲ ਆਪਾਂ ਕੋਈ ਨਿੱਜੀ ਟਿੱਪਣੀ ਤੁਸੀਂ ਮੈਂ ਨਹੀਂ ਕਰ ਰਿਹਾ। ਮੈਂ ਪੰਜਾਬ, ਪੰਜਾਬੀਅਤ, ਪੰਜਾਬੀ ਲੋਕ, ਇਹ ਸੂਬੇ ਦੇ ਵਾਸੀ, ਉਹਨਾਂ ਦੇ ਮਨਾਂ ਦੇ ਭਾਵਾਂ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ ਵਿਰਾਸਤ-ਏ ਖਾਲਸਾ ਵਰਗੀ ਯਾਦਗਾਰ, ਇਤਿਹਾਸਕ ਯਾਦਗਾਰ ਬਣਾਉਣ 'ਚ ਵੱਡਾ ਯੋਗਦਾਨ, ਬੇਸ਼ੱਕ ਕਰਤਾਰਪੁਰ ਵਾਲੀ ਜੰਗੇ ਆਜ਼ਾਦੀ ਯਾਦਗਾਰ ਬਣਾਉਣ 'ਚ ਵੱਡਾ ਯੋਗਦਾਨ, ਬੇਸ਼ੱਕ ਇਹ ਵੱਡਾ ਮਤਲਬ ਕਿ ਫੈਸਲਾ ਮੰਨਿਆ ਜਾਂਦਾ ਕਿ ਲਓ ਜੀ ਦੇਖੋ ਜੀ ਜਿਹੜੀ SYL ਨਹਿਰ ਇਹ ਖਤਮ ਕਰਕੇ ਜ਼ਮੀਨਾਂ ਵਾਪਸ ਕਰਤੀਆਂ, ਪਰ ਉਹ ਨਾ ਜ਼ਮੀਨਾਂ ਕਿਸੇ ਨੇ ਲਈਆਂ ਤੇ ਨਾ ਨਹਿਰ ਪੂਰੀ ਗਈ, ਉਹ ਸਾਰਾ ਕੁਝ ਉਵੇਂ ਹੀ ਆ। ਸੋ ਉਸੇ ਤਰ੍ਹਾਂ ਉਹ ਹੈ ਕਿ ਫਕਰੇ ਕੌਮ ਵੀ ਝੋਲੀ ਪਵਾਇਆ, ਪਰ ਤਾਂ ਵੀ ਕੌਮ ਨੇ ਸਵਾਲ ਖੜੇ ਕੀਤੇ ਕਿ ਨਹੀਂ, ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਕਾਰਜਕਾਲ ਦੇ ਵਿੱਚ ਜੋ ਘਟਨਾਕ੍ਰਮ ਵਾਪਰੇ ਸੀ, ਬੇਅਦਬੀ ਦੇ ਕਾਂਡ, ਮਾਫੀਆ ਰਾਜ ਦੇ ਦੋਸ਼, ਚਿੱਟੇ ਦੀ ਆਮਦ, ਗੋਲੀ ਕਾਂਡ, ਉਹ ਵੀ ਮਤਲਬ ਪੁਲਿਸ ਵੀ ਅਣਪਛਾਤੀ, ਗੋਲੀਆਂ ਵੀ ਅਣਪਛਾਤੀਆਂ, ਤੇ ਉਹ ਸਮੇਧ ਸੈਣੀ ਵਰਗਿਆਂ ਨੂੰ ਮੂਹਰੇ ਲਿਆ ਕੇ ਲਾਉਣਾ, ਉਹ ਸਾਰੇ ਸਵਾਲਾਂ ਨੇ ਇਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਤਾ ਸੀ। ਇਹ ਚਾਹੇ ਬਾਦਲ ਕੱਲੇ ਦਾ ਫੈਸਲਾ ਸੀ ਜਾਂ ਪਾਰਟੀ ਦਾ ਫੈਸਲਾ ਸੀ, ਇਸ ਮਸਲੇ ਤੇ ਕਿਉਂ ਨਹੀਂ ਅੱਗੇ ਵੱਧ ਸਕੇ, ਦੋਸ਼ੀਆਂ ਨੂੰ ਕਿਉਂ ਨਹੀਂ ਕਟਹਿਰੇ 'ਚ ਲਿਆ ਸਕੇ, ਉਹਦੇ ਨਾਲ ਅਕਾਲੀ ਦਲ ਦੇ ਅਕਸ ਨੂੰ ਜਿਹੜੀ ਢਾਹ ਲੱਗੀ, ਅਕਾਲੀ ਦਲ ਦੀ ਦਿੱਖ ਨੂੰ ਢਾਹ ਲੱਗੀ, ਉਹਦੇ ਨਾਲੋਂ ਵੱਧ ਬਾਦਲ ਦੀ ਦਿੱਖ ਨੂੰ ਢਾਹ ਲੱਗੀ। ਤੇ ਇਸ ਲਈ ਅੱਜ ਇਹ ਸਵਾਲ ਹੈ ਕਿ ਉਹ ਆਪਾਂ ਬਹੁਤ ਸੁਣਿਆ ਹੈ ਉਹ ਕਿ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖੱਟਿਆ। ਸੋ ਜਦੋਂ ਆਪਾਂ ਬੈਠ ਕੇ ਵਿਚਾਰ ਕਰਦੇ ਹਾਂ ਕਿ ਆਪਾਂ ਲੈ ਕੇ ਕੀ ਜਾ ਰਹੇ, ਬੇਸ਼ੱਕ ਮਤਲਬ ਕਿ ਜੇਕਰ ਅਸੀਂ ਅੱਜ ਕੱਲ ਦੁਨਿਆਵੀ ਜਿਹੇ ਜਿਹੇ ਮਾਹੌਲ 'ਚ ਜੀ ਰਹੇ ਹਾਂ ਨਾ ਰਾਜਕਰਨ ਜੀ, ਉਹੇ ਜਿਹੇ ਮਾਹੌਲ ਦੇ ਵਿੱਚ ਅੱਜ ਜੇਕਰ ਇਕੱਠ ਨੂੰ, ਅੱਜ ਜੇਕਰ ਟਵੀਟ ਨੂੰ, ਅੱਜ ਜੇਕਰ ਫੁੱਲਾਂ ਨੂੰ, ਅੱਜ ਜੇਕਰ ਸ਼ਰਧਾਂਜਲੀਆਂ ਨੂੰ, ਅੱਜ ਭੋਗ ਤੇ ਆਈ ਸੰਗਤ ਦੀ ਗਿਣਤੀ ਕਰਕੇ ਤੁਸੀਂ ਸਮਝਦੇ ਹੋ ਕਿ ਸਾਡੀ ਮਹਾਨਤਾ ਹੈ, ਫਿਰ ਇਹ ਕਿਸੇ ਦੀ ਵੀ ਹੋ ਸਕਦੀ।
ਇਹੋ ਜਿਹਾ ਇਕੱਠ ਕਿਤੇ ਵੀ ਹੋ ਸਕਦਾ, ਇਹ ਪੈਮਾਨਾ ਨਹੀਂ ਹੈਗਾ। ਸੋ ਇੱਕ ਲੋਕ ਲਹਿਰ, ਲੋਕ ਪੀੜ, ਆਪ ਮਹਾਰੇ ਇੱਕ ਦਰਦ ਵਿਅਕਤੀ ਦੇ ਜਾਣ ਦਾ। ਸੋ ਉਹ ਜਿਹੜਾ ਵਿਛੋੜਾ ਸ਼ਾਇਦ ਅੱਜ ਤੋਂ 10 ਸਾਲ ਪਹਿਲਾਂ ਜੇ ਰੱਬ ਨਾ ਕਰੇ ਇਹ ਦਿਨ ਵਾਪਰੇ ਹੁੰਦਾ ਤਾਂ ਸ਼ਾਇਦ ਹੋਰ ਦਿੱਖ ਹੁੰਦੀ, ਅੱਜ ਕੁਛ ਹੋਰ ਹੈ। ਸੋ ਇਸ ਲਈ ਇਹ ਸਥਿਤੀ ਦੇ ਬਾਰੇ ਮੈਨੂੰ ਲੱਗਦਾ ਅਕਾਲੀ ਦਲ ਨੂੰ ਵੀ ਸੋਚਣਾ ਚਾਹੀਦਾ। ਮੈਂ ਇਹ ਕਹਿਣਾ ਕਿ ਬਾਦਲ ਪਰਿਵਾਰ ਤਾਂ ਸੋਚੇ, ਅਕਾਲੀ ਦਲ ਸੋਚੇ, ਪਰ ਜੇਕਰ ਉਹਨਾਂ ਨੇ ਫਿਰ ਵੀ ਗਿਣਤੀਆਂ ਦੇਖਣੀਆਂ ਕਿ ਇੰਨੀਆਂ ਪਲੇਟਾਂ ਲੱਗੀਆਂ ਹੈ ਨਾ, ਇੰਨੇ ਲੋਕ ਪ੍ਰਸ਼ਾਦਾ ਛਕ ਕੇ, ਇੰਨੇ ਨੋਟ ਚੜੇ, ਇਹਦਾ ਮਤਲਬ ਇੰਨਾ ਮੱਥਾ ਟੇਕਿਆ, ਇੰਨੇ ਲੋਕ ਆ ਗਏ। ਸੋ ਜੇਕਰ ਏਦਾਂ ਗਿਣਤੀਆਂ ਕਰਨੀਆਂ, ਇੰਨੇ ਕੁਆਂਟਲ ਆਟੇ ਦਾ ਅਸੀਂ ਦੇਗ ਬਣਾਈ ਜੀ, ਇੰਨਾ ਪ੍ਰਸ਼ਾਦ ਲੱਗਿਆ, ਇਹਦਾ ਮਤਲਬ ਇੰਨੇ ਲੋਕਾਂ ਨੇ ਛਕਿਆ, ਜੇ ਇਹ ਗੁਣਾ ਘਟਾ ਕਰਕੇ ਕੱਢਣਾ ਫਿਰ ਤਾਂ ਬਹੁਤ ਮਹਾਨ ਨੇ, ਫਿਰ ਤਾਂ ਬਹੁਤ ਵੱਡੇ ਲੀਡਰ, ਠੀਕ ਹੈ ਨਾ। ਪਰ ਜੇਕਰ ਕੱਲੇ ਕੱਲੇ ਪੰਜਾਬੀ ਦਾ ਮਨ ਪੜਨਾ, ਫਿਰ ਇਹ ਵਿਚਾਰਨਾ ਪਊਗਾ ਕਿ ਅਸੀਂ ਇਸ ਫਾਨੀ ਸੰਸਾਰ ਤੋਂ ਜਾਣ ਲੱਗੇ ਕੁਝ ਖੱਟਿਆ ਜਾਂ ਅਸੀਂ ਕਿੰਨਾ ਕੁਝ ਗਵਾ ਵੀ ਲਿਆ। ਸੋ ਇਸ ਲਈ ਆਖਰੀ ਚੋਣ ਤੱਕ ਹਾਰਨਾ, ਲੋਕਾਂ ਦੇ ਮਨਾਂ ਚੋਂ ਅਕਾਲੀ ਦਲ ਦਾ, ਬਾਦਲ ਪਰਿਵਾਰ ਦਾ ਉਤਰ ਜਾਣਾ, ਸਵਾਲ ਖੜੇ ਹੋਣਾ ਉਹਨਾਂ ਦੇ ਅਕਸ ਨੂੰ, ਉਹਨਾਂ ਦੀ ਕਾਰਗੁਜ਼ਾਰੀ ਨੂੰ, ਉਹਨਾਂ ਦੇ ਕਿਰਦਾਰ ਨੂੰ, ਉਹਨਾਂ ਦੀ ਭੂਮਿਕਾ ਨੂੰ, ਪੰਜਾਬ ਪੱਖੀ ਨੂੰ। ਕੋਈ ਕਹਿੰਦਾ ਬੀਜੇਪੀ ਦੀ ਝੋਲੀ ਪਾਤਾ, ਕੋਈ ਕਹਿੰਦਾ ਸੰਘ ਦੀ ਝੋਲੀ ਪਾਤਾ, ਕੋਈ ਕਹਿੰਦਾ ਕਿ ਹਿੰਦੂ ਰਾਸ਼ਟਰ ਬਣਾਉਣ 'ਚ ਯੋਗਦਾਨ ਪਾਤਾ, ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੋਏ। ਸੋ ਇਸ ਲਈ ਉਹਨਾਂ ਸਵਾਲਾਂ ਦੇ ਜਵਾਬਾਂ ਲਈ ਵੀ ਅੱਜ ਫਿਰ ਮਤਲਬ ਇਹ ਨਾ 10-11 ਦਿਨ ਜਿਹੜੇ ਹੁੰਦੇ ਨੇ, ਵੈਸੇ ਤਾਂ ਅੱਜ ਕੱਲ ਹੋਰ ਤਰ੍ਹਾਂ ਦੇ ਬਣ ਗਏ ਇਹ ਦਿਨ, ਕਿਉਂਕਿ ਇੰਨੇ ਲੋਕਾਂ ਨੇ ਆਉਣਾ ਮਿਲਣਾ, ਇੰਨੀਆਂ ਤਾਰੀਫਾਂ ਦੇ ਪੁਲ ਬੰਨਣੇ, ਇੰਨੇ ਕਿੱਸੇ ਕਹਾਣੀਆਂ ਸੁਣਾਉਣੇ। ਬੇਸ਼ੱਕ ਇਹ ਆਮ ਬੰਦੇ ਦਾ ਬਸ ਦਾ ਰੋਗ ਨੀਗਾ ਕਿ 11 ਵਾਰ ਐਮਐਲਏ ਬਣਨਾ, 5 ਵਾਰ ਮੁੱਖ ਮੰਤਰੀ, ਬੰਦੇ ਦੇ ਅੰਦਰ ਕੁਛ ਤਾਂ ਹੈ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਉਸ ਨੂੰ ਅੱਜ ਜਿਵੇਂ ਇਹ 10-11 ਦਿਨ ਜਦੋਂ ਘਰੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਣਾ, ਪਾਠ ਚੱਲਣਾ, ਤਾਂ ਲੋਕਾਂ ਨੇ ਦੁੱਖ ਪ੍ਰਗਟਾਉਣਾ ਹੋਣਾ, ਉਹ 'ਚ ਜੇਕਰ ਕਿਸੇ ਕਹਾਣੀਆਂ 'ਚ ਲੰਘਾ ਦੇਣਾ ਫਿਰ ਕੋਈ ਫਾਇਦਾ ਨਹੀਂ। ਮੈਨੂੰ ਲੱਗਦਾ ਇਹ 11 ਦਿਨ ਬਾਚਣ ਦੇ ਦਿਨ ਹੁੰਦੇ ਨੇ, ਆਪਣੇ ਆਪ ਨੂੰ ਸਮਝਣ ਦੇ, ਆਪਣੇ ਆਪ ਨੂੰ ਪਹਿਚਾਨਣ ਦੇ, ਗਈ ਸ਼ਖਸੀਅਤ ਬਾਰੇ, ਉਹਦੀਆਂ ਖਾਮੀਆਂ, ਉਹਦੇ ਗੁਣ ਪਹਿਚਾਨਣ ਦੇ, ਉਹ 'ਚੋਂ ਕੀ ਰੱਖਣਾ, ਕੀ ਬਾਹਰ ਕਰਨਾ ਘਰੋਂ ਬਾਹਰ, ਉਹਦੇ ਬਾਰੇ ਸੋਚਣ ਦਾ ਇਹ ਸਮਾਂ ਹੁੰਦਾ ਹੈ। ਜੇਕਰ ਇਹਦੇ ਬਾਰੇ ਅਕਾਲੀ ਦਲ, ਇਹਦੇ ਬਾਰੇ ਪਾਰਟੀ, ਇਹਦੇ ਬਾਰੇ ਪਰਿਵਾਰ, ਇਹਦੇ ਬਾਰੇ ਸ਼੍ਰੋਮਣੀ ਕਮੇਟੀ ਵਿਚਾਰ ਲਵੇ ਤਾਂ ਸ਼ਾਇਦ ਮੁੜ ਕੇ ਕਿਸੇ ਲੀਹ ਤੇ ਚੜ ਜਾਣ। ਜੇਕਰ ਹੁਣ ਇਸ ਘਟਨਾ ਦਾ ਸਿਰਫ ਜਲੰਧਰ ਜਿਮਨੀ ਚੋਣ ਨਾਲ ਜੋੜ ਕੇ ਦੇਖਣਾ ਕਿ ਅਸੀਂ ਉਹ ਜਿਮਨੀ ਚੋਣ ਦਾ ਫਾਇਦਾ ਲੈਣਾ, ਤਾਂ ਫਿਰ ਸਵਾਲ ਉੱਥੇ ਹੀ ਖੜਾ ਹੈ ਕਿ ਹਿਸਾਬ ਲਾ ਲਿਓ ਭਾਈ ਕੀ ਖੱਟਿਆ ਤੇ ਕੀ ਹੋਇਆ। ਜੀ ਜੀ, ਬਿਲਕੁਲ ਦੀਪਕ ਜੀ, ਲੋਕ ਅੰਦਰ ਖਾਤੇ ਜਾਣਦੇ ਨੇ, ਅੰਦਰ ਖਾਤੇ ਜਿਹੜੇ ਉਹ ਦੇਖਦੇ ਨੇ। ਨੋ ਡਾਊਟ ਇੱਕ ਵੱਡੀ ਸ਼ਖਸੀਅਤ ਦਾ ਦੇਹਾਂਤ ਹੋਇਆ ਆ, ਪਰ ਲੋਕ ਨਾਲ ਦੇ ਨਾਲ ਦੇਖਦੇ ਵੀ ਆ ਵੀ ਕੀ ਖੱਟਿਆ ਤੇ ਕੀ ਖਵਾਇਆ। ਤੇ ਇਹਨਾਂ ਦੀ ਜੇ ਆਪਾਂ ਹੁਣ ਸਿਆਸੀ ਸਫ਼ਰ ਦੀ ਦੀਪਕ ਜੀ ਗੱਲ ਕਰ ਲਈਏ, ਵੱਡੇ ਬਾਦਲ ਹੁਣਾਂ ਦੇ, ਜਿੱਦਾਂ ਤੁਸੀਂ ਦੱਸਿਆ ਸਰਪੰਚੀ ਤੋਂ ਸ਼ੁਰੂ ਹੋਏ, 5 ਵਾਰ ਮੁੱਖ ਮੰਤਰੀ ਬਣੇ, ਕਿੱਦਾਂ ਦਾ ਰਿਹਾ ਇਹਨਾਂ ਦਾ ਸਿਆਸੀ ਸਫ਼ਰ? ਬਿਲਕੁਲ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਸਿਆਸੀ ਸਫ਼ਰ ਬਹੁਤ ਵੱਡਾ ਰਿਹਾ। ਮੇਰੇ ਅੱਜ ਵੀ ਉਹ ਗੱਲ ਜ਼ਿਹਨ 'ਚ ਹੈ ਕਿ ਇੱਕ ਸੁਪਨਾ ਜਾਂ ਇੱਕ ਆਸ ਲੈ ਕੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦੀ ਇੱਕ ਆਸ ਸ਼ਾਇਦ ਪੂਰੀ ਨਹੀਂ ਹੋਈ। ਯੁਵਰਾਜ ਸਿੰਘ ਨੇ 6 ਛੱਕੇ ਲਾਏ ਤੇ ਉਹ ਤੋਂ ਬਾਅਦ ਚੰਡੀਗੜ੍ਹ 'ਚ ਇੱਕ ਸਮਾਗਮ 'ਚ ਉਹਦਾ ਸਮਾਗਮ ਰੱਖਿਆ ਗਿਆ ਕਿ ਉਹਨੂੰ ਸਨਮਾਨਿਤ ਕਰਨਾ ਕਿ ਉਹਨੇ ਇੱਕ ਓਵਰ 'ਚ 6 ਛੱਕੇ ਮਾਰੇ, ਤੇ ਉਹ ਸਨਮਾਨਿਤ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਗਿਆ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਯੁਵਰਾਜ ਸਿੰਘ ਨੂੰ ਸਨਮਾਨਿਤ ਕਰਦਿਆਂ ਕਿਹਾ, ਕਹਿੰਦੇ ਕਾਕਾ ਚੰਗੀ ਗੱਲ ਹੈ ਕਿ ਤੂੰ ਇੱਕ ਓਵਰ 'ਚ 6 ਬਾਲਾਂ ਤੇ 6 ਛੱਕੇ ਲਾਤੇ, 5 ਤਾਂ ਮੈਂ ਵੀ ਲਾਤੇ, ਮੇਰਾ ਵੀ ਇੱਕੋ ਰਹਿੰਦਾ। ਇਹਦਾ ਮਤਲਬ ਇੱਕ ਵਾਰ ਹੋਰ ਅਜੇ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਸੀ। ਰਾਜਨੀਤਿਕ ਸਫ਼ਰ ਬੜਾ ਸੰਘਰਸ਼ਮਈ ਵੀ ਰਿਹਾ, ਬੜਾ ਔਖਾ ਵੀ ਰਿਹਾ, ਔਰ ਵੱਡੀਆਂ ਪ੍ਰਾਪਤੀਆਂ ਵਾਲਾ ਵੀ ਰਿਹਾ। ਇਹਦੇ ਵਿੱਚ ਤੁਸੀਂ ਇਹ ਦੇਖੋ ਕਿ 1947 ਦੇ ਵਿੱਚ ਸਰਪੰਚੀ ਤੋਂ ਸਫ਼ਰ ਸ਼ੁਰੂ ਹੁੰਦਾ। ਉਹ 1947 ਦਾ ਦੌਰ, ਜਦੋਂ ਕਿਸ ਦੌਰ ਚੋਂ ਪੰਜਾਬ ਲੰਘਿਆ ਸੀ, ਅਸੀਂ ਵੱਢ ਟੁੱਕ ਦੇ ਦੌਰ ਚੋਂ ਆਪਣਿਆਂ ਨੂੰ ਗਵਾ ਕੇ, ਆਪਣਿਆਂ ਨੂੰ ਰੋਲ ਕੇ, ਆਪਣਿਆਂ ਦੀਆਂ ਮਿੱਟੀਆਂ ਫਰੋਲ ਕੇ, ਆਪਣੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ, ਇੱਧਰੋਂ ਉੱਧਰੋਂ ਇੱਧਰ ਅਸੀਂ ਕਿੰਨਾ ਕੁਛ ਆਪਣਾ ਵੰਡ ਟੁੱਕ ਕਰ ਲਿਆ ਸੀ। ਉਹਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ 1947 'ਚ ਸਰਪੰਚੀ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ, ਤੇ ਉਹ ਤੋਂ ਬਾਅਦ 1970 'ਚ ਪਹਿਲੀ ਵਾਰ ਉਹ 43 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣ ਜਾਂਦੇ। 43 ਸਾਲ ਦੀ ਉਮਰ ਦੇ ਵਿੱਚ ਇਹ ਵੱਡਾ ਹੋਇਆ ਕਿ ਹਾਂ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ, ਬੇਸ਼ੱਕ ਉਹ ਤੋਂ ਪਹਿਲਾਂ ਉਹ ਐਮਐਲਏ ਬਣ ਗਏ ਸੀਗੇ। ਸੋ ਇਸ ਲਈ ਇਹ ਐਮਐਲਏ ਤੋਂ ਬਾਅਦ ਫਿਰ 1977 ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚੋਂ ਮੰਤਰੀ ਹੁੰਦੇ ਨੇ, ਉੱਥੋਂ ਅਸਤੀਫਾ ਦੇ ਕੇ ਆ ਜਾਂਦੇ ਨੇ ਤੇ ਆ ਕੇ ਕਹਿੰਦੇ ਪੰਜਾਬ ਦੀ ਰਾਜਨੀਤੀ ਉਹ ਕਰਨੀ ਆ। ਤੇ 1977 ਤੋਂ ਬਾਅਦ ਫਿਰ 1980 'ਚ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਉਹ। ਤੇ ਉਸ ਤੋਂ ਬਾਅਦ ਫਿਰ 1997 'ਚ ਜਦੋਂ ਪਹਿਲਾਂ ਸੰਘ ਨਾਲ ਜਿਹੜਾ ਉਹ ਕਿਹੜਾ ਸੀਗਾ, ਮਤਲਬ ਜਨ ਸੰਘ ਨਾਲ ਗੱਠਜੋੜ ਸੀਗਾ ਜਦੋਂ ਪਹਿਲੀ ਵਾਰ ਬਣੇ 1970 'ਚ, ਫਿਰ ਜਦੋਂ ਤੀਸਰੀ ਵਾਰ 1997 'ਚ ਬਣੇ,
ਫਿਰ ਬੀਜੇਪੀ ਨਾਲ ਗੱਠਜੋੜ ਕਰ ਲਿਆ ਤੇ ਆਪਣੇ ਮੁੰਡੇ ਨੂੰ ਵੀ, ਜਿਹੜਾ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਿਆ ਸੀ ਹਨਾ, ਉਹਨੂੰ ਵੀ ਸਟੇਟ ਮੰਤਰੀ ਦਾ ਦਰਜਾ ਕੇਂਦਰ ਦੇ ਵਿੱਚ ਦਿਵਾਤਾ, ਉਹਨੂੰ ਵੀ ਜਦੇ ਮੰਤਰੀ ਬਣਵਾਇਆ। ਕਿੰਨੇ ਸੀਨੀਅਰ ਦਾ ਪੱਖ ਮਾਰਿਆ ਸੀ, ਉਸ ਸਮੇਂ ਵੀ ਖਾਸੀ ਚਰਚਾ ਹੋਈ ਸੀ। ਤੇ ਉਸ ਤੋਂ ਬਾਅਦ ਫਿਰ ਲਗਾਤਾਰ ਉਹ ਟਰਮ ਪੂਰੀ ਹੋਈ ਲਗਭਗ 1997 ਵਾਲੀ 300 ਸਾਲਾ ਮਤਲਬ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਹੜਾ ਮਨਾਇਆ ਗਿਆ, ਉਸ ਨੇ ਇਹਨੂੰ ਖਾਸੀ ਤਾਕਤ ਬਖਸ਼ੀ। ਉਸੇ ਦੌਰਾਨ ਅਨੰਦਪੁਰ ਸਾਹਿਬ ਨੂੰ ਮਤਲਬ ਕਿ ਚਿੱਟਾ ਸ਼ਹਿਰ ਦਾ ਦਰਜਾ ਦੇ ਕੇ ਹਨਾ, ਵਾਈਟ ਸਿਟੀ ਇਹ ਨਾਮ ਵੀ ਦਿੱਤਾ। ਤੇ ਉਹ ਪਤਾ ਨਹੀਂ ਕਹਿੰਦੇ ਕਲੀ ਦੇ ਨਾਂ 'ਚ ਵੀ ਕਪੜੇ ਦਾ ਮਾਮਲਾ ਖਾਸਾ ਉੱਠ ਗਿਆ ਸੀ ਕਿ ਕੁਚੀਆਂ ਦੇ ਮਾਮਲੇ 'ਚ ਕਪੜੇ ਹੋ ਗਏ ਜੀ, ਮਤਲਬ ਇਹ ਸਾਰਾ ਕੁਛ ਚੱਲਿਆ। ਫਿਰ ਉਹ ਤੋਂ ਬਾਅਦ ਵਿਰਾਸਤ ਏ ਖਾਲਸਾ ਨੂੰ ਲੈ ਕੇ ਜੱਸਾ ਗੁਰਚਰਨ ਸਿੰਘ ਟੌਹੜਾ ਦੇ ਨਾਲ ਜੋ ਵਿਵਾਦ, ਉਹ ਵੀ ਇਹਨਾਂ ਦੇ ਲਈ ਇੱਕ ਵੱਡਾ ਸਵਾਲ ਰਿਹਾ ਕਿ ਐਡੀ ਬੜੀ ਸ਼ਖਸੀਅਤ ਨੂੰ ਵੀ ਇਹ ਰਾਜਨੀਤੀ ਨੇ ਇਹਨਾਂ ਤੋਂ ਵੱਖ ਕਰਾਤਾ ਸੀਗਾ। ਸੋ ਫਿਰ ਉਹ ਤੋਂ ਬਾਅਦ 2007 ਦੇ ਵਿੱਚ 67 ਸੀਟਾਂ ਲੈ ਕੇ ਦੁਬਾਰਾ ਬਣੇ। ਤੇ ਪਰ ਉਸ ਬਾਰੇ ਨੂੰ ਲੱਗਦਾ ਸੀ ਕਿ ਨਹੀਂ, ਹੁਣ ਅਗਲੀ ਵਾਰ ਸਾਡੀ ਵਾਰੀ ਨਹੀਂ ਆਉਣੀ। ਸਮਾਨ ਸਮੇਟ ਕੇ ਚੰਡੀਗੜ੍ਹੋਂ ਘਰੇ ਚਲੇ ਗਏ ਸੀ। ਤੇ ਪਰ ਮਨਪ੍ਰੀਤ ਬਾਦਲ ਦਾ ਸਦਕਾ ਕਿ ਜਿਹਨੇ ਇਹਨਾਂ ਤੋਂ ਅੱਡ ਹੋ ਕੇ ਮਤਲਬ ਚੋਣ ਲੜੀ, ਤੇ ਉਹਦਾ ਨਤੀਜਾ ਕਿ ਕਾਂਗਰਸ ਆਉਂਦੀ ਰਹਿ ਗਈ ਤੇ ਬਾਦਲ ਜਾਂਦੇ ਆ ਗਏ। ਤੇ 2012 ਚ ਫਿਰ ਦੁਬਾਰਾ 5ਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ। ਸੋ 5 ਵਾਰ ਮੁੱਖ ਮੰਤਰੀ ਜੀ, 11 ਵਾਰ MLA ਹੈ ਨਾ। ਇਸ ਲਈ ਰੌਲਾ ਪੈਂਦਾ ਸੀ ਕਿ ਇੰਨੀਆਂ ਪੈਨਸ਼ਨਾਂ ਲੈਂਦੇ ਨੇ, ਇੰਨੀਆਂ ਤਨਖਾਹਾਂ ਲੈਂਦੇ ਨੇ ਜੀ, ਇਹ ਮੁੱਦਾ ਖਾਸਾ ਸੀ। ਕੇਂਦਰ ਦੇ ਵਿੱਚ ਵੀ ਮੰਤਰੀ। ਸੋ ਰਾਸ਼ਟਰਪਤੀ ਵੰਡ ਤੱਕ ਦੀਆਂ ਚਰਚਾਵਾਂ ਚੱਲੀਆਂ, ਚਟਾਲੇ ਪਰਿਵਾਰ ਨਾਲ ਵਫਾ ਨਿਭਾਉਣ ਦੀਆਂ ਚਰਚਾਵਾਂ ਚੱਲੀਆਂ, ਮੋਦੀ ਨਾਲ ਨੇੜਤਾ ਦੀਆਂ ਚਰਚਾਵਾਂ ਖੂਬ ਰਹੀਆਂ, ਕਹਿੰਦੇ ਵਾਜਪਾਈ ਦੀ ਸਰਕਾਰ ਲਿਆਉਣ 'ਚ ਖੂਬ ਚਰਚਾਵਾਂ ਰਹੀਆਂ। ਸੋ ਰਾਜਨੀਤਿਕ ਸਫ਼ਰ ਖਾਸਾ ਲੰਬਾ ਵੀ ਹੈ, ਪੈਂਡਾ ਖਾਸਾ ਬੜਾ ਵੀ ਹੈ, ਤੇ ਉਹਦੇ ਵਿੱਚ ਪ੍ਰਾਪਤੀਆਂ ਦਾ ਕਹਿਣ ਨੂੰ ਖਾਸਾ ਕੁਛ ਹੈ। ਪਰ ਉਹ ਰਾਜਨੀਤਿਕ ਪ੍ਰਾਪਤੀਆਂ ਨਿੱਜ ਤੱਕ ਜ਼ਿਆਦਾ ਲੱਗਦੀਆਂ। ਪੰਜਾਬ ਦੇ ਲਈ ਕੁਝ ਮੈਨੂੰ ਯਾਦ ਕਰਨ ਵਾਲਾ ਏਡਾ ਬੜਾ ਨਹੀਂ ਹੈਗਾ ਜਿਹੜਾ ਮੈਂ ਯਾਦ ਕਰ ਸਕਾਂ ਕਿ ਹਾਂ ਪਾਰਟੀ ਪੱਧਰ ਤੇ ਹੋਏ ਫੈਸਲੇ, ਸਰਕਾਰੀ ਪੱਧਰ ਤੇ ਹੋਏ ਫੈਸਲੇ, ਉਹ ਸਮੇਂ ਦੀਆਂ ਸਰਕਾਰਾਂ ਜਿਹੋ ਜਿਹਾ ਕੁਝ ਹੁੰਦੇ ਨੇ ਉਹੀ ਹੁੰਦੇ ਨੇ। ਪਰ ਇਹੋ ਜਿਹਾ ਕੋਈ ਮਾਰਕਾ ਜਿਹੜਾ ਦੁਨੀਆ ਭਰ 'ਚ ਕਦੇ ਯਾਦ ਕੀਤਾ ਜਾਵੇ ਕਿ ਹਾਂ ਇਹ ਕੁਛ ਕੀਤਾ ਸੀ, ਸ਼ਾਇਦ ਅਜਿਹਾ ਕੁਛ ਅਜੇ ਨਹੀਂ ਲਿਖ ਸਕੇ। ਪਰ ਜਾਂਦੇ ਜਿਹੜੀ ਨਮੋਸ਼ੀ ਖੱਟੀ, ਜਿਹੜੀ ਹਾਰ ਚੱਲੀ, ਜਿਹੜੀ ਬਦਨਾਮੀ ਚੱਲੀ, ਜਿਹੜੇ ਉਹ ਬੇਅਦਬੀ ਔਰ ਗੋਲੀਕਾਂਡ ਦੇ ਦੋਸ਼ਾਂ 'ਚ ਇਹਨਾਂ ਦੀ ਸਰਕਾਰ ਸਵਾਲਾਂ ਦੇ ਘੇਰੇ 'ਚ ਆਈ, ਉਹ ਤੋਂ ਕਦੇ ਵੀ ਹੁਣ ਇਹ ਮਨਫੀ ਹੋਣਾ ਔਖਾ ਹੈ। ਪਰ ਕਹਿੰਦੇ ਨੇ ਕਿ ਜਦੋਂ ਬੰਦਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਫਿਰ ਉਹ ਸਾਰਾ ਕੁਛ ਉਹ ਪੰਨੇ ਬੰਦ ਕਰ ਲੈਣੇ ਚਾਹੀਦੇ ਨੇ, ਉਹ ਕਿਤਾਬ ਨਹੀਂ ਫਰੋਲਣੀ ਚਾਹੀਦੀ। ਸੋ ਇਸ ਲਈ ਹੁਣ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਜੀ ਕਿ ਜਿਹੜੀ ਇਹ ਰੂਹ ਇਸ ਧਰਤੀ ਤੋਂ ਗਈ ਹੈ, ਇਸ ਨੂੰ ਆਪਣੇ ਚਰਨੀ ਲਾਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜੀ ਜੀ, ਇੱਕ ਡਾਇਲੋਗ ਨਾ ਇਹਨਾਂ ਦਾ ਬੜਾ ਮਸ਼ਹੂਰ ਸੀ, ਛੱਡੋ ਕਾਕਾ ਜੀ ਪੁਰਾਣੀਆਂ ਗੱਲਾਂ। ਤੇ ਕਿਤੇ ਲੋਕ ਵੀ ਇਹੀ ਨਾ ਇਹਨਾਂ ਦੇ ਬਾਰੇ ਜਿਹੜਾ ਉਹ ਸਮਝ ਲੈਣ। ਤੁਸੀਂ ਦੇਖ ਸਕਦੇ ਆ, ਇਹ ਮੈਂ ਨਹੀਂ ਕਹਿ ਰਿਹਾ, ਦੀਪਕ ਜੀ ਨਹੀਂ ਕਹਿ ਰਹੇ, ਤੁਸੀਂ ਸੋਸ਼ਲ ਮੀਡੀਆ ਤੇ ਆਮ ਲੋਕਾਂ ਨਾਲ ਗੱਲ ਕਰਕੇ ਦੇਖ ਲਓ ਵੀ ਜਿਹੜੀ ਆਪਾਂ ਗੱਲ ਪਹਿਲੋਂ ਕਰਕੇ ਹਟੇ ਵੀ ਕੀ ਛੱਡਿਆ ਕੀ ਗਵਾਇਆ। ਤੇ ਦੀਪਕ ਜੀ, ਤੁਹਾਨੂੰ ਵੀ ਵਿਚਰਨ ਦਾ, ਕਦੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੋਊਗਾ ਇਹਨਾਂ ਦੇ ਨਾਲ? ਕੋਈ ਯਾਦਗਾਰ ਤੁਸੀਂ ਕੋਈ ਸਾਂਝੀ ਕਰਨੀ ਚਾਹੁੰਦੇ? ਕਈ ਵਾਰ 300 ਸਾਲ ਦੇ ਸਮੇਂ ਅਨੰਦਪੁਰ ਸਾਹਿਬ ਦੇ ਵਿੱਚ ਲਗਾਤਾਰ ਇਹਨਾਂ ਨਾਲ ਵਿਚਾਰਾਂ ਹੋਣੀਆਂ, ਮਿਲਦੇ ਗਿਲਦੇ ਰਹਿਣਾ ਉੱਥੇ। ਉਸ ਸਮੇਂ ਕਾਫੀ ਮਤਲਬ ਮੇਰਾ ਪੱਤਰਕਾਰ ਦਾ ਸ਼ੁਰੂਆਤੀ ਦੌਰ ਸੀ। ਫਿਰ ਚੰਡੀਗੜ੍ਹ ਪ੍ਰੈਸ ਕਲੱਬ ਦੀ ਚੋਣ ਦੇ ਦੌਰਾਨ ਇਹਨਾਂ ਦੀ ਕਈ ਵਾਰ ਉੱਥੇ ਆਮਦ ਹੋਈ, ਤੇ ਉੱਥੇ ਜਾਂ ਪ੍ਰੈਸ ਕਾਨਫਰੰਸ ਦੇ ਵਿੱਚ ਮਤਲਬ ਕਿ ਮਿਲਣ ਲੱਗੇ, ਬੋਲਣ ਲੱਗੇ, ਬੜਾ ਨਵਾਣਾਪਣ ਸੀ, ਬੜਾ ਮਿੱਠਾਪਣ ਹੁੰਦਾ ਸੀ ਉਹਦੇ ਵਿੱਚ। ਕੋਈ ਮਤਲਬ ਬਾਕੀ ਲੀਡਰਾਂ ਵਾਂਗ ਹਉਮੈ ਹੰਕਾਰ ਨਹੀਂ। ਉਹ ਗੱਲਾਂ ਸੁਖਬੀਰ ਨੂੰ ਮੈਨੂੰ ਲੱਗਦਾ ਬਾਅਦ ਤੋਂ ਸਿੱਖਣੀ ਚਾਹੀਦੀਆਂ। ਮਤਲਬ ਅਫਸਰਾਂ ਤੋਂ ਕਿਵੇਂ ਕੰਮ ਲੈ ਲੈਣਾ, ਬੰਦਿਆਂ ਨਾਲ ਕਿਵੇਂ ਵਿਚਰ ਲੈਣਾ, ਗੱਲ ਨੂੰ ਟਾਲ ਕਿਵੇਂ ਜਾਣਾ, ਉਹ ਮਹਾਰਤ ਜਿਹੜੀ ਪ੍ਰਕਾਸ਼ ਸਿੰਘ ਬਾਦਲ ਕੋਲ ਸੀ, ਉਹ ਮੈਨੂੰ ਲੱਗਦਾ ਅੱਜ ਦੇ ਰਾਜਨੀਤਿਕ ਲੀਡਰਾਂ ਕੋਲ ਅਜੇ ਨਹੀਂ ਹੈਗੀ। ਸੋ ਇਸ ਲਈ ਕਾਫੀ ਮਤਲਬ ਕਿ ਉਹ ਜਿਹੜਾ ਪੱਤਰਕਾਰੀ ਦੇ ਸਫ਼ਰ ਦੇ ਦੌਰਾਨ ਆਮੋ ਸਾਹਮਣਾ ਕਾਫੀ ਵਾਰ ਹੋਇਆ ਜੀ। ਬਿਲਕੁਲ ਜੀ ਜੀ ਜੀ, ਬਿਲਕੁਲ। ਮੈਨੂੰ ਲੱਗਦਾ ਇੱਕ ਇੱਛਾ ਇਹਨਾਂ ਦੀ ਆਪਣੇ ਮੁੰਡੇ ਨੂੰ ਮੁੱਖ ਮੰਤਰੀ ਦੇਖਦੇ ਦੀ, ਉਹ ਵੀ ਸ਼ਾਇਦ ਇਹਨਾਂ ਦੀ ਬਿਲਕੁਲ ਕਹਿ ਸਕਦੇ। ਮੈਨੂੰ ਲੱਗਦਾ ਉਹ ਪ੍ਰਕਾਸ਼ ਸਿੰਘ ਬਾਦਲ ਨਾਲੋਂ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਦੀ ਜਾਂ ਸੁਖਬੀਰ ਬਾਦਲ ਦੀ ਮਾਤਾ ਦੀ ਇੱਛਾ ਉਹ ਜ਼ਿਆਦਾ ਸੀ ਇਹਨਾਂ ਨਾਲੋਂ ਜ਼ਿਆਦਾ। ਸੋ ਇਸ ਲਈ ਕਿਉਂਕਿ ਜੇਕਰ ਇਹ ਇੱਛਾ ਇਹਨਾਂ ਦੀ ਪ੍ਰਬਲ ਹੁੰਦੀ ਤਾਂ ਇੱਕ ਵਾਰ ਬਣਵਾ ਸਕਦੇ ਸੀ, ਕੋਈ ਸ਼ੱਕ ਨਹੀਂ। ਚਾਹੇ 2012 ਚ ਤਾਂ ਬਿਲਕੁਲ ਮੌਕਾ ਦੇ ਸਕਦੇ ਸੀ ਜੀ। ਅਗਲੀ ਗੱਲਾਂ ਦੇ ਵੱਲ ਵਧੀਏ ਇਸ ਚੀਜ਼ ਤੋਂ ਅੱਗੇ ਤੁਰਦੇ ਹੋਏ। ਪਾਸਟਰ ਦੇ 11 ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੀ ਰੇਡ ਕਿਹੜੇ ਐਂਗਲ ਤੋਂ ਆ ਜੀ, ਇਹ ਆਪਾਂ ਦੇਖੀਏ ਇਸ ਨੂੰ? ਬਿਲਕੁਲ ਜੀ, ਇਹ ਜਿਹੜਾ ਬਹੁਤ ਚਰਚਿਤ ਪਾਸਟਰ ਹੈ ਪੰਜਾਬ ਦਾ, ਅੰਕੁਰ ਨਰੂਲਾ,
ਤੇ ਕਹਿੰਦੇ ਜੀ ਬੜੀ ਤੇਜ਼ੀ ਨਾਲ ਵਧਿਆ ਫੁੱਲਿਆ, ਬੜੀ ਤੇਜ਼ੀ ਨਾਲ ਕਾਰੋਬਾਰ ਫੈਲਿਆ, ਬੜੀ ਤੇਜ਼ੀ ਨਾਲ ਪ੍ਰਚਾਰਕ ਬਣਿਆ, ਬੜੀ ਤੇਜ਼ੀ ਨਾਲ ਸੰਗਤ ਮਗਰ ਲੱਗ ਗਈ ਜੀ, ਆਵਾਮ ਬੜੀ ਤੇਜ਼ੀ ਨਾਲ ਮਗਰ ਆਇਆ ਜੀ, ਈਸਾਈ ਭਾਈਚਾਰੇ ਚ ਤਬਦੀਲ ਹੋਣ ਲੱਗ ਗਏ ਜੀ ਲੋਕ, ਤੋਂ ਖਾਸੀ ਕਹਿੰਦੇ ਜੀ ਦੁਕਾਨ ਵਧੀ ਫੁੱਲੀ। ਤੇ ਉਸ ਦਾ ਨਤੀਜਾ ਪੰਜਾਬ ਦੇ ਵਿੱਚ ਕਈ ਵਾਰ ਮਾਹੌਲ ਵੀ ਤਣਾਅ ਵਾਲਾ ਬਣਦਾ ਰਿਹਾ, ਸਥਿਤੀ ਵੀ ਟਕਰਾਲੀ ਬਣਦੀ ਰਹੀ, ਉਹ ਫਿਕਰਮੰਦੀਆਂ ਬੈਠਕਾਂ 'ਚ ਵੀ ਬਦਲਦੀਆਂ ਰਹੀਆਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਮਾਮਲੇ ਜਾਂਦੇ ਰਹੇ, ਹੈ ਨਾ, ਸੋਸ਼ਲ ਮੀਡੀਆ ਤੇ ਖਬਰਾਂ 'ਚ ਵੀ ਮੁੱਦਾ ਬਣਦਾ ਰਿਹਾ। ਪਰ ਇੱਧਰ ਇਨਕਮ ਟੈਕਸ ਕਹਿੰਦੀ ਕਿ ਸਾਡਾ ਤਾਂ ਮਾਮਲਾ ਇਹੀ ਦੇਖਣਾ ਕਿ ਪੈਸਾ ਕਿੱਥੋਂ ਆ ਰਿਹਾ। ਤੇ ਇਹ ਪਹਿਲਾ ਮੌਕਾ ਨਹੀਂ ਹੈ, 2 ਫਰਵਰੀ ਨੂੰ ਪਹਿਲਾਂ ਇਹ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਠੀਕ ਹੈ, 2 ਫਰਵਰੀ ਤੋਂ ਬਾਅਦ ਇਹ ਹੁਣ ਦੂਜੀ ਵੱਡੀ ਕਾਰਵਾਈ, ਇਹ ਉਸ ਕੜੀ ਵਜੋਂ ਹੀ ਦੇਖਿਆ ਜਾ ਰਿਹਾ। ਬਕਾਇਦਾ ਤੌਰ ਤੇ ਡੋਨੇਸ਼ਨ ਕਿੱਥੋਂ ਆ ਰਿਹਾ ਜੀ, ਖਰਚਾ ਕਿਵੇਂ ਕੀਤਾ ਜਾ ਰਿਹਾ, ਪੈਸੇ ਦੇ ਲੈਣ ਦੇਣ ਦੇ ਵਿੱਚ ਕਿੰਨੀ ਕੁ ਪਾਰਦਰਸ਼ਤਾ ਹੈ, ਇਹ ਸਾਰਾ ਹਵਾਲਾ ਜਾਣਨ ਦੇ ਲਈ ਪਾਸਟਰ ਅੰਕੁਰ ਨਰੂਲਾ ਦੀ ਚਰਚ ਸਣੇ, ਉਹਦੇ ਵੱਲੋਂ ਜਿਹੜੀ ਚਰਚ ਚਲਾਈ ਜਾਂਦੀ, ਜਿਹਦੇ ਚ ਕਹਿੰਦੇ ਸ਼ਨੀ ਐਤਵਾਰ ਨੂੰ ਤਾਂ ਪੁੱਛੋ ਹੀ ਨਾ ਕਿੰਨੀ ਭੀੜ ਲੱਗਦੀ ਹੈ, ਉਹ ਚਰਚ ਸਣੇ ਉਹਦੇ 11 ਟਿਕਾਣਿਆਂ ਤੇ, ਚਾਹੇ ਉਹਦਾ ਉਹ ਘਰ ਹੈ, ਚਾਹੇ ਉਹ ਪਿੰਡ ਨੇ, ਚਾਹੇ ਉਹਦੇ ਕੋਈ ਹੋਰ ਪ੍ਰਚਾਰ ਦੇ ਥਾਵਾਂ ਨੇ, ਚਾਹੇ ਉਹਦੇ ਕੋਈ ਕਮਰਸ਼ੀਅਲ ਉਹ ਅਦਾਰੇ ਨੇ, ਉਹਨਾਂ ਸਾਰੀਆਂ 11 ਥਾਵਾਂ ਤੇ, ਇਹਦੇ ਨੇੜਲੇ ਕੁਝ ਹੋਰ ਨੇ, ਉਹਨਾਂ ਦੇ 11 ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ। ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਇਹ ਬਕਾਇਦਾ ਜਲੰਧਰ ਦੀ ਟੀਮ, ਲੁਧਿਆਣੇ ਦੀ ਟੀਮ, ਇੱਥੋਂ ਦੇ ਇਨਕਮ ਟੈਕਸ ਟੀਮ ਦਾ ਸਾਂਝਾ ਆਪਰੇਸ਼ਨ ਸੀਗਾ। ਉਸ ਟੀਮ ਨੇ ਜਦੋਂ ਆਪਰੇਸ਼ਨ ਕੀਤਾ ਤਾਂ ਉਹਦੇ ਵਿੱਚ ਇਹਨਾਂ ਦੇ ਜਿੰਨੇ ਵੀ ਚਰਚ ਆਫ ਸਾਈਨ ਵਰਡਸ ਹੈ ਨਾ, ਇਹ ਹੈ ਜੀ ਜਿਹੜਾ ਉੱਥੇ, ਫਿਰ ਉਹ ਤੋਂ ਬਾਅਦ ਇਹਨਾਂ ਦੇ ਘਰ, ਇਹਨਾਂ ਦੀਆਂ ਬਾਕੀ ਚਰਚਾਂ, ਇਹਦੇ ਵਿਦਿਅਕ ਸੰਸਥਾਨ ਚੱਲਦੇ ਜਿਹਦੇ ਆਪਣੇ ਉੱਥੇ, ਫਿਰ ਨੂਰ ਮਹਿਲ ਦੇ ਪਿੰਡ ਹੈ ਨਾ ਉੱਥੇ ਜੀ, ਫਿਰ ਨਕੋਦਰ ਦੇ ਵਿੱਚ, ਫਿਰ ਇਸੇ ਤਰ੍ਹਾਂ ਇੱਕ ਹੋਰ ਇਹਨਾਂ ਦਾ ਸਾਥੀ ਹੈ ਜੀ ਪ੍ਰਮੋਟ ਈਸ਼ਵਰ ਦਾ ਕਹਿੰਦੇ ਗੁਣਗਾਨ ਕਰਦਾ ਜੀ, ਬਰਜਿੰਦਰ ਸਿੰਘ ਮਿਨਿਸਟਰੀ, ਉਹਦੇ ਵੀ ਟਿਕਾਣਿਆਂ ਦੇ ਉੱਤੇ। ਸੋ ਇਹ ਮਿਲਾ ਕੇ ਜੀ 11 ਥਾਵਾਂ ਦੇ ਉੱਤੇ ਕੁੱਲ ਛਾਪੇਮਾਰੀ ਹੋਈ ਹੈ। ਉਹਦੇ ਵਿੱਚੋਂ ਇਨਕਮ ਟੈਕਸ ਵਿਭਾਗ ਕੀ ਲੈ ਕੇ ਗਿਆ, ਕੀ ਉਹਨੇ ਦਸਤਾਵੇਜ਼ ਇਕੱਠੇ ਕੀਤੇ ਨੇ, ਕਿਹੜੀ ਜਾਣਕਾਰੀ ਹੈ ਜੀ ਉਹਨਾਂ ਨੇ ਜਨਤਕ ਨਹੀਂ ਕੀਤੀ, ਪਰ ਉਹਨੇ ਇੰਨਾ ਜ਼ਰੂਰ ਕਿਹਾ ਕਿ ਇਹ 2 ਫਰਵਰੀ ਤੋਂ ਜਿਹੜੀ ਸਾਡੀ ਰੇਡ ਚੱਲ ਰਹੀ ਹੈ, 2 ਫਰਵਰੀ ਤੋਂ ਜਿਹੜੀ ਕਾਰਵਾਈ ਸੀ ਸ਼ੁਰੂ ਕੀਤੀ ਹੈ, ਇਹ ਉਸੇ ਕੜੀ ਤਹਿਤ ਅਗਲਾ ਹਿੱਸਾ ਹੈ। ਸੋ ਇਹਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿਹੜੀਆਂ ਚਰਚ ਦੀ ਆੜ ਦੇ ਵਿੱਚ ਪੈਸਾ ਵਸੂਲੀ ਦਾ ਧੰਦਾ ਸ਼ੁਰੂ ਹੋਇਆ, ਜਾਂ ਇਸ ਧਰਮ ਦੀ ਆੜ ਦੇ ਵਿੱਚ, ਕਿਉਂਕਿ ਜਿਹੜੇ ਮਤਲਬ ਸੱਚੇ ਸੁੱਚੇ ਪਾਦਰੀ ਨੇ, ਸੱਚੇ ਸੁੱਚੇ ਈਸਾਈ ਭਾਈਚਾਰੇ ਦੇ ਨੁਮਾਇੰਦੇ ਨੇ, ਉਹ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਤਦ ਵੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਅਜਿਹੇ ਪ੍ਰਚਾਰਕਾਂ ਨਾਲ ਜਾਂ ਅਜਿਹੀਆਂ ਦੁਕਾਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਗਾ ਜੀ। ਸੋ ਇਸ ਲਈ ਦੋਵੇਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਈਸਾਈ ਭਾਈਚਾਰਾ ਉਹਨੂੰ ਹੱਕ ਬਣਦਾ ਹੈ, ਉਹ ਆਪਣੇ ਧਰਮ ਦੇ ਅਨੁਸਾਰ ਆਪਣੇ ਧਾਰਮਿਕ ਸਾਰੇ ਰੀਤਾਂ ਜੋ ਕਰਮ ਨੇ ਉਹ ਕਰੇ, ਪਰ ਉਹਦੀ ਆੜ ਦੇ ਵਿੱਚ ਮਤਲਬ ਕਿ ਤੁਸੀਂ ਦੂਸਰੇ ਧਰਮ ਦੇ ਲੋਕਾਂ ਨੂੰ ਬਰਗਲਾਉਣਾ, ਉਹਨਾਂ ਦੇ ਧਰਮ ਤਬਦੀਲੀ ਲਈ ਉਹਨਾਂ ਨੂੰ ਭਰਮਾਉਣਾ, ਉਹਨਾਂ ਨੂੰ ਪੈਸਿਆਂ ਦੇ ਜਾਲ 'ਚ ਫਸਾਉਣਾ, ਲਾਲਚ ਦੇਣਾ, ਇਹ ਧਰਮ ਨਹੀਂ ਸਿਖਾਉਂਦਾ ਕੋਈ। ਸੋ ਇਸ ਲਈ ਇਹ ਉਹੀ ਜਿਹੀ ਦੁਕਾਨ ਸੀ ਜਿਹਦੇ ਉੱਤੇ ਹੁਣ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ, ਤਾਂ ਉਹਦੇ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਵੱਡਾ ਵੀ ਬਣ ਸਕਦਾ ਹੈ। ਇਸ ਕੜੀ ਦੇ ਤਹਿਤ ਹੋਰ ਕਿੰਨੀਆਂ 13 ਸਵਾਲਾਂ ਦਾ ਘੇਰੇ 'ਚ ਆਉਣਗੀਆਂ, ਉਹਦੇ ਉੱਤੇ ਨਜ਼ਰ ਰਹੇਗੀ। ਜੀ ਜੀ, ਜਲੰਧਰ ਜਿਮਣੀ ਚੋਣ ਵੀ ਆ ਦੀਪਕ ਜੀ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇਕੱਠ ਬਹੁਤ ਕਰਦਾ ਆ, ਤੇ ਇਹ ਜਿਹੜੀ ITI ਕੇਂਦਰ ਦੇ ਵੱਲੋਂ ਇਹ ਸਾਰਾ ਹੋਇਆ ਹੈ, ਇਹ ਭਾਜਪਾ ਦੇ ਇਸ ਐਂਗਲ ਤੋਂ ਵੀ ਆਪਾਂ ਦੇਖ ਸਕਦੇ ਹਾਂ। ਹਾਂ ਬਿਲਕੁਲ, ਇਹ ਕੇਂਦਰ ਦੀ ਟੀਮ ਵੱਲੋਂ ਹੋਇਆ, ਭਾਜਪਾ ਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰ ਹੁੰਦੀ ਹੈ ਕੇਂਦਰ 'ਚ, ਭਾਜਪਾ ਦੀ ਸਰਕਾਰ, ਉਹਦੇ ਇਸ਼ਾਰੇ ਤੇ ਅੱਜ ਕੱਲ੍ਹ ਕੇਂਦਰੀ ਏਜੰਸੀਆਂ ਕੰਮ ਕਰਦੀਆਂ। ਪਰ ਬਿਲਕੁਲ ਦਰੁਸਤ ਹੈ ਕਿ ਉਹਨਾਂ ਦੇ ਇਸ਼ਾਰੇ ਤੇ ਹੋਇਆ, ਉਹਨਾਂ ਦੀ ਸਹਿਮਤੀ ਤੇ ਹੋਇਆ, ਉਹਨਾਂ ਦੇ ਕਹਿਣ ਤੋਂ। ਹਾਂ, ਇਹਨੂੰ ਜਲੰਧਰ ਜਿਮਨੀ ਚੋਣ ਨਾਲ ਦੇਖ ਸਕਦੇ ਹੋ ਕਿ ਇਹਦਾ ਅਸਰ ਕਿੰਨਾ ਕੁ ਪੈਣਾ, ਇਹ ਤਾਂ ਨਹੀਂ ਪਤਾ ਕਿ ਇਹਦੇ ਰਾਹੀਂ ਬੀਜੇਪੀ ਕੁਛ ਮਤਲਬ ਸਿੱਖ ਭਾਈਚਾਰੇ ਨੂੰ ਜਾਂ ਉੱਥੇ ਦੇ ਹਿੰਦੂ ਭਾਈਚਾਰੇ ਨੂੰ ਜਾਂ ਗਰੀਬ ਤਬਕੇ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੀ ਆ ਕਿ ਦੇਖੋ ਜੀ, ਕਿ ਮਤਲਬ ਸਾਡੇ ਕੰਨੀ ਆ ਜਾਓ, ਅਸੀਂ ਇਹਨਾਂ ਨੂੰ ਵਧਣ ਫੁੱਲਣ ਨਹੀਂ ਦਿੰਦੇ, ਜਾਂ ਉਹ ਇਸ ਭਾਈਚਾਰੇ ਨੂੰ ਅੰਕੁਰ ਨਰੂਲਾ ਵਰਗੇ ਜਾਂ ਸਾਥੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਚੁੱਪ ਕਰਕੇ ਸਾਨੂੰ ਅੰਦਰ ਖਾਤੇ ਵੋਟਾਂ ਪਵਾ ਦਿਓ, ਨਹੀਂ ਥੋੜੀ ਚੁੱਕੀ ਟੈਟ ਕਰ ਦਾਂਗੇ, ਕੀ ਇਹ ਸੁਨੇਹਾ? ਸੋ ਇਸ ਲਈ ਇਹਦੇ ਵਿੱਚੋਂ ਕਿਹੜਾ ਸੁਨੇਹਾ ਇਹ ਚੋਣਾਂ ਦੇ ਨਤੀਜੇ ਦੱਸਣਗੇ ਜੀ। ਪਰ ਇਹ ਸਾਰਾ ਕੁਝ ਕਰਕੇ ਵੀ ਬੀਜੇਪੀ ਦੀ ਝੋਲੀ ਅਜੇ ਭਰਦੀ ਨਜ਼ਰ ਨਹੀਂ ਆ ਰਹੀ। ਜੀ ਜੀ, ਅਗਲੀ ਗੱਲ ਦੀਪਕ ਜੀ ਕਰੀਏ, ਕੋਟਕਪੂਰਾ ਗੋਲੀ ਕਾਂਡ ਦੇ ਵਿੱਚ 2500 ਸਫ਼ਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼। ਹਾਂ ਬਿਲਕੁਲ ਜੀ, ਇਹ ਕੋਟਕਪੂਰਾ ਗੋਲੀ ਕਾਂਡ ਜਿਹੜਾ ਇਹ ਸਾਰਾ ਮਾਮਲਾ ਸੀਗਾ, ਜਿਹਦੇ ਮਾਮਲੇ ਦੇ ਵਿੱਚ 2 FIRਾਂ ਵੱਖੋ-ਵੱਖ ਹੈਗੀਆਂ ਨੇ, ਬਹਿਬਲ ਕਲਾਂ ਬਰਗਾੜੀ ਤੋਂ ਬਾਅਦ ਕੋਟਕਪੂਰੇ ਵਾਲਾ ਮਾਮਲਾ। ਸੋ ਇਹ ਸਾਰੇ ਮਾਮਲਿਆਂ ਦੀ ਜਿਹੜੀਆਂ 2 FIR ਨੇ, ਉਹਦੇ ਹਵਾਲੇ ਨਾਲ ਜਿਹੜੇ ਉਹ 'ਚ ਨਾਮ ਨੇ, ਕੁਝ ਨਾਮ ਤਾਂ ਸਾਂਝੇ ਨੇ, ਪਰਮਰਾਜ ਉਮਰਾ ਨੰਗਲ ਦਾ ਹੈ ਨਾ, ਇਹਦਾ ਸੁਮੇਧ ਸੈਣੀ ਦਾ, ਇਹ ਨਾਂ ਤਾਂ ਦੋਵੇਂ ਪਾਸੇ ਹੀ ਵੱਜ ਰਹੇ ਨੇ। ਸੋ ਦੋਵੇਂ ਚਲਾਨਾਂ 'ਚੋਂ ਨਾਂ ਹੈਗੇ ਨੇ, 2 FIR 'ਚ ਨਾਂ ਹੈਗੇ ਨੇ। ਸੋ ਪਰ ਇੱਧਰ ਹੁਣ ਇਹ ਸਪਲੀਮੈਂਟਰੀ ਚਲਾਨ ਵੀ 2497 ਪੰਨਿਆਂ ਦਾ, ਲਗਭਗ 2497 ਪੰਨਿਆਂ ਦੀ 2 ਸਪਲੀਮੈਂਟਰੀ ਚਲਾਨ। ਸੋ ਸਪਲੀਮੈਂਟਰੀ ਦਾ ਮਤਲਬ ਹੈ ਕਿ
ਰਾਜਕਰਨ ਜੀ, ਜਿਹੜਾ ਪਹਿਲਾਂ ਚਲਾਨ ਪੇਸ਼ ਕੀਤਾ ਜਾ ਚੁੱਕਿਆ ਉਹ ਵੀ 2300 ਦੇ ਕਰੀਬ 2200-2300 ਪੰਨਿਆਂ ਦਾ ਚਲਾਨ ਸੀ। ਜਿਹੜਾ ਉਹ ਚਲਾਨ ਪੇਸ਼ ਕੀਤਾ ਜਾ ਚੁੱਕਿਆ ਉਹਦੇ ਵਿੱਚ ਹੀ ਕੁਝ ਹੋਰ ਨਾਲ ਐਡ ਕੀਤਾ ਜਾ ਰਿਹਾ, ਕੁਝ ਹੋਰ ਚੀਜ਼ਾਂ ਜੋੜੀਆਂ ਜਾ ਰਹੀਆਂ। ਉਹ ਕਹਿੰਦੇ ਕਿ ਜਿਹੜੇ ਨਾਮ ਪਹਿਲਾਂ ਸੀ ਉਹੀ ਨਾਮ ਨੇ, ਉਹੀ ਆਰੋਪੀ ਨੇ, ਉਹਨਾਂ ਤੇ ਅਸੀਂ ਦੋਸ਼ ਆਇਦ ਕਰਨ ਦੀ ਅਪੀਲ ਕਰ ਰਹੇ ਹਾਂ, ਉਹਨਾਂ ਤੇ ਦੋਸ਼ ਤੈਅ ਹੋਣੇ ਨੇ, ਤੇ ਉਹਦਾ ਦੇ ਨਾਮਾਂ ਦੇ ਹਵਾਲੇ ਨਾਲ ਕੁਝ ਹੋਰ ਤੱਥ, ਕੁਝ ਹੋਰ ਸਬੂਤ, ਕੁਝ ਹੋਰ ਅੰਕੜੇ ਸਾਨੂੰ ਜਿਹੜੇ ਹਾਸਲ ਹੋਏ ਨੇ, ਅਸੀਂ ਉਹ ਰਿਪੋਰਟਾਂ ਨਾਲ ਉਹਦੇ ਨੱਥੀ ਕੀਤੀਆਂ ਨੇ। ਸੋ ਇਸ ਲਈ ਪਹਿਲੇ ਚਲਾਨ ਦੇ ਵਿੱਚ ਐਡ ਹੋਣ ਲਈ ਤਾਂ ਹੀ ਉਹਨੂੰ ਸਪਲੀਮੈਂਟਰੀ ਚਲਾਨ ਕਹਿੰਦੇ ਨੇ। ਸੋ ਇਹ ਸਾਰਾ ਕੁਝ 16 ਮਈ ਨੂੰ ਹੁਣ ਅਗਲੀ ਸੁਣਵਾਈ ਹੋਣੀ ਹੈ ਤੇ ਉਸ ਦਿਨ ਇਹ ਸਾਰਾ ਕੁਝ ਤੈਅ ਹੋਣਾ। 10 ਖੰਡਾਂ ਦੇ ਵਿੱਚ ਇਹ ਮਤਲਬ ਚਲਾਨ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ। ਸੋ ਮੈਂ ਨਾਂ ਦੇਖ ਰਿਹਾ ਸੀਗਾ ਜੀ ਕੁਝ ਇਹਦੇ ਵਿੱਚ, ਆ ਜਿਹੜੇ ਨਾਮ ਮੇਰੇ ਸਾਹਮਣੇ ਨੇ ਉਹਦੇ ਵਿੱਚ ਉਹ ਕਹਿੰਦੇ ਜਿਹੜੀ FIR 129 ਆ ਉਹਦੇ ਵਿੱਚ ਬਕਾਇਦਾ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਹੈਗਾ, ਹੈ ਨਾ, ਡਿਪਟੀ ਮੁੱਖ ਮੰਤਰੀ ਰਹੇ, ਉਪ ਮੁੱਖ ਮੰਤਰੀ ਰਹੇ ਸੁਖਬੀਰ ਬਾਦਲ ਦਾ ਨਾਮ ਵੀ ਹੈਗਾ, ਉਹ ਚ DGP ਉਸ ਸਮੇਂ ਸੁਮੇਧ ਸੈਣੀ ਦਾ ਨਾਮ ਵੀ ਹੈਗਾ, ਹੈ ਨਾ, ਪਨਮਰਾਜ ਉਮਰਾ ਨੰਗਲ ਦਾ ਨਾਮ ਵੀ ਹੈਗਾ, ਚਰਨਜੀਤ ਸ਼ਰਮਾ ਦਾ ਨਾਮ ਵੀ ਹੈਗਾ, ਅਮਰ ਸਿੰਘ ਚਾਹਲ ਦਾ ਨਾਮ ਵੀ ਹੈਗਾ, ਸੁਖਵਿੰਦਰ ਸਿੰਘ ਮਾਨ ਦਾ ਨਾਮ ਵੀ ਹੈਗਾ। ਤੇ ਇਸੇ ਤਰ੍ਹਾਂ ਦੂਜੀ FIR ਜਿਹੜੀ 192 ਉਹਦੇ ਵਿੱਚ ਉੱਪਰ ਵਾਲੇ 2-3 ਨਾਂ ਤਾਂ ਉਹੀ ਨੇ, ਸੁਮੇਧ ਸੈਣੀ ਵੀ ਹੈ, ਪਨਮਰਾਜ ਉਮਰਾ ਨੰਗਲ ਵੀ ਹੈ, ਸੁਖਵਿੰਦਰ ਮਾਨ ਵੀ ਹੈ, ਤੇ ਇਹ ਤੋਂ ਇਲਾਵਾ ਗੁਰਦੀਪ ਪੰਧੇਰ ਹੈ, ਤੇ ਇਹ ਸਾਰੇ ਇਹ ਵੀ ਨਾਂ ਹੈਗੇ ਨੇ। ਸੋ ਇਸ ਲਈ ਇਹ ਦੋਵਾਂ ਚ ਨੇ। ਸੋ ਹੁਣ ਇਹਦੇ ਉੱਤੇ ਬਕਾਇਦਾ ਤੌਰ ਤੇ 23 ਫਰਵਰੀ ਨੂੰ ਜਿਹੜਾ ਮੁੱਖ ਚਲਾਨ ਸੀਗਾ ਉਹ ਪਹਿਲਾਂ ਪੇਸ਼ ਕੀਤਾ ਸੀ। ਦੋਨਾਂ ਹੀ ਮਾਮਲਿਆਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ IG ਜਿਹੜੇ LK ਯਾਦਵ ਨੇ ਉਹਨਾਂ ਦੀ ਜਿਹੜੀ ਸਿੱਟ ਦੀ ਰਿਪੋਰਟ ਸੀ, ਉਹ ਰਿਪੋਰਟ ਦੇ ਆਧਾਰ ਦੇ ਉੱਤੇ ਬਕਾਇਦਾ ਤੌਰ ਤੇ 23 ਫਰਵਰੀ ਨੂੰ ਮੁੱਖ ਚਲਾਨ ਪੇਸ਼ ਕੀਤਾ ਗਿਆ ਸੀ। ਉਹਦੇ ਵਿੱਚ ਵੀ ਬਾਦਲ ਪਿਓ ਪੁੱਤ ਦਾ ਨਾਮ, ਸੁਮੇਧ ਸੈਣੀ, ਪਰਮਰਾਜ ਦਾ ਨਾਮ, ਸਾਰੇ ਨਾਮ ਹੀ ਸ਼ਾਮਲ ਸੀ, ਨਾਮ ਉਹੀ ਨੇ। ਤੇ ਹੁਣ ਮਤਲਬ ਕਿ ਇਹਦੀਆਂ ਜਿਹੜੀਆਂ 2015 ਜਿਹੜੀਆਂ FIR ਦਰਜ ਹੋਈ ਸੀਗੀ 192 ਤੇ ਦੂਸਰੀ 129, ਸੋ ਇਹਨਾਂ ਦੋਨਾਂ ਦੇ ਆਧਾਰ ਤੇ 192 ਵਾਲੀ ਦੇ ਵਿੱਚ 1213 ਪੰਨਿਆਂ ਦਾ ਪਹਿਲਾ ਚਲਾਨ ਸੀ ਤੇ 129 ਦੇ ਮਾਮਲੇ ਚ 1284। ਸੋ ਇਸ ਲਈ ਲਗਭਗ 2400-2500 ਪੰਨਿਆਂ ਦਾ ਚਲਾਨ ਪਹਿਲਾਂ ਮਤਲਬ ਕਿ ਪੇਸ਼ ਕੀਤਾ ਗਿਆ ਸੀ, ਤੇ ਇਹ ਹੁਣ ਦੂਸਰਾ ਉਹਦਾ 2300 ਪੰਨਿਆਂ ਦਾ ਚਲਾਨ, ਕਰੀਬ 2400 ਪੰਨਿਆਂ ਦਾ ਚਲਾਨ ਹੁਣ ਦੂਜਾ ਪੇਸ਼ ਕਰ ਦਿੱਤੇ ਗਏ ਨੇ। ਇਹ ਸਪਲੀਮੈਂਟਰੀ ਚਲਾਨ ਨੇ ਤੇ ਇਹਦੇ ਤਹਿਤ ਹੁਣ ਅੱਗੇ ਵਧਿਆ ਜਾਣਾ। ਸੋ ਦੇਖਦੇ ਹਾਂ ਜਿਹੜੀ ਹੁਣ 16 ਤਰੀਕ ਨੂੰ ਸੁਣਵਾਈ ਆ ਉਹਦੇ ਵਿੱਚ ਕਿਹਦੇ ਦੋਸ਼ ਤੈਅ ਹੁੰਦੇ ਨੇ। ਹੁਣ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ 'ਚ ਨਹੀਂ ਰਹੇ, ਇਸ ਲਈ ਉਹਨਾਂ ਦਾ ਨਾਮ ਤਾਂ ਹੁਣ ਮੈਨੂੰ ਲੱਗਦਾ ਇਹ 'ਚੋਂ ਬਾਹਰ ਹੋ ਜਾਣਾ, ਤੇ ਪਰ ਬਾਕੀਆਂ ਦੇ ਉੱਤੇ ਮਾਮਲਾ ਚੱਲੂਗਾ। ਕਦੋਂ ਚੱਲਦਾ, ਕਦੋਂ ਤਣ ਪੱਤਣ ਲੱਗਦਾ, ਇਸ ਨੂੰ ਕਈ ਲੋਕ ਇਸ ਨੂੰ ਵੀ ਜ਼ਮੀਨੀ ਚੋਣ ਨਾਲ ਦੇਖ ਕੇ ਜੋੜ ਕੇ ਦੇਖ ਰਹੇ ਨੇ ਕਿ ਇਹ ਵੀ ਦੱਸਣ ਲਈ, ਕਹਿਣ ਲਈ ਹੈ ਕਿ ਦੇਖੋ ਅਸੀਂ ਕਾਰਵਾਈ ਕਿੰਨੀ ਤੇਜ਼ੀ ਨਾਲ ਚਲਾ ਰਹੇ ਹਾਂ। ਪਰ ਕਹਿੰਦੇ ਕੁਝ ਵੀ ਮਤਲਬ ਤਣ ਪੱਤਣ ਲੱਗਣ ਦੀ ਆਸ ਅਜੇ ਵੀ ਨਹੀਂ ਹੈ ਕਿ ਨਾ 4 ਸਾਲਾਂ 'ਚ ਕੀ ਦੋਸ਼ੀ ਤੈਅ ਹੋ ਜਾਣਗੇ, ਕੀ ਦੋਸ਼ੀ ਕਟਹਿਰੇ ਪਿੱਛੇ ਚਲੇ ਜਾਣਗੇ, ਕੀ ਦੋਸ਼ੀ ਸਲਾਖਾਂ ਪਿੱਛੇ ਚਲੇ ਜਾਣਗੇ। ਇਹਦੀ ਅਜੇ ਮਤਲਬ ਕਿ ਆਸ ਕਰਦੇ ਨੇ ਪੰਜਾਬ ਦੇ ਲੋਕ, ਪਰ ਆਸ ਟੁੱਟੀ ਬਹੁਤ ਵਾਰ। ਬਿਲਕੁਲ ਦੀਪਕ ਜੀ, ਦੇਖੋ ਇਸ ਵਾਰ ਕੀ ਹੁੰਦਾ। ਜਾਂਦੇ ਜਾਂਦੇ ਦੀਪਕ ਜੀ ਗੱਲ ਕਰੀਏ ਮਹਿਲਾ ਜਿਹੜੀਆਂ ਪਹਿਲਵਾਨਾਂ ਦੇ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਸਖਤੀ ਦਿਖਾ ਰਿਹਾ। ਬਿਲਕੁਲ ਜੀ, ਮਤਲਬ ਕਿ ਜਿਹੜੀਆਂ ਬੀਬੀਆਂ ਤੇ ਪਹਿਲਵਾਨ ਧਰਨੇ ਤੇ ਬੈਠੇ ਨੇ, ਉਹ ਮਾਮਲਾ ਖਾਸਾ ਵੱਡਾ ਬਣਦਾ। ਅਸਲ 'ਚ ਪਿਛਲੀ ਵਾਰ ਜਦੋਂ ਉਹ ਧਰਨੇ ਤੇ ਬੈਠੇ ਸੀ ਤਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਜਨੀਤਿਕ ਧਿਰਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਉਹ ਬ੍ਰਿੰਦਾ ਕਰਤ ਵੀ ਆਈ ਸੀ, ਉਹਨੂੰ ਸਟੇਜ ਤੋਂ ਵੀ ਤਾਰਤਾ ਸੀ। ਤੇ ਪਰ ਇਸ ਵਾਰ ਉਹ ਕਹਿੰਦੇ ਕਿ ਅਸੀਂ ਮਾਫੀ, ਅਸੀਂ ਸਾਰੀ ਰਾਜਨੀਤਿਕ ਧਿਰਾਂ ਨੂੰ ਸੱਦਾ ਦਿੰਦੇ ਹਾਂ। ਤੇ ਕੱਲ ਬਕਾਇਦਾ ਕਾਂਗਰਸੀ ਵੀ, ਬ੍ਰਿੰਦਾ ਕਰਤ ਵੀ, ਖਾਪ ਵੀ, ਪੰਚਾਇਤਾਂ ਵੀ, ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ 'ਚ ਪਹੁੰਚੇ। ਸਾਰਿਆਂ ਨੇ ਮੰਚ ਵੀ ਸਾਂਝਾ ਕੀਤਾ, ਤਕਰੀਰਾਂ ਵੀ ਕੀਤੀਆਂ, ਆਪਸ 'ਚ ਚਰਚਾ ਵੀ ਕੀਤੀ, ਮੀਡੀਆ 'ਚ ਟਿੱਪਣੀਆਂ ਵੀ ਕੀਤੀਆਂ। ਪਰ ਦੂਸਰੇ ਪਾਸੇ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਹੋਰਾਂ ਨੇ ਕਿਹਾ ਕਿ ਭਾਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਨੇ, ਦੇਸ਼ ਦੇ ਲਈ ਉਹ 7 ਮਹਿਲਾ ਪਹਿਲਵਾਨਾਂ ਨੇ ਦੋਸ਼ ਲਏ ਨੇ ਜਿਨ੍ਹਾਂ ਨੇ ਮੈਡਲ ਜਿੱਤੇ ਨੇ ਦੇਸ਼ ਲਈ, ਤੇ 1-2 ਨੇ ਨਹੀਂ, 7 ਬੀਬੀਆਂ ਨੇ ਦੋਸ਼ ਲਾਏ ਹੋਣ, ਉਹਨਾਂ ਦੇ ਵਿੱਚੋਂ ਨਾਬਾਲਗ ਬੱਚੀਆਂ ਵੀ ਹੋਣ, ਤੇ ਉਹਨਾਂ ਦੇ ਹੁਣ ਮਤਲਬ ਪਹਿਲਵਾਨ ਕਹਿੰਦੇ ਜੀ ਕਿ ਅਸੀਂ ਕਿਵੇਂ ਚਾਰਜੋਈ ਕਰੀਏ ਕਿ ਅਸੀਂ ਧਰਨੇ ਤੇ ਬੈਠੇ ਹਾਂ, ਮਾਮਲਾ ਅਸੀਂ ਸੁਪਰੀਮ ਕੋਰਟ ਲਿਆਏ ਹਾਂ, ਤੇ ਉਧਰ ਜਿਹੜੀਆਂ ਪਹਿਲਵਾਨਾਂ 7 ਪਹਿਲਵਾਨ ਦੋਸ਼ ਲਾਏ ਨੇ ਕਿ ਸਾਡੇ ਨਾਲ ਸ਼ੋਸ਼ਣ ਦੇ, ਸਾਡੇ ਨਾਲ ਬਦਤਮੀਜੀ ਦੇ, ਬਦਸਲੂਕੀ ਦੇ, ਕਿ ਉਹਨਾਂ ਦੇ ਘਰਾਂ 'ਚ ਅਧਿਕਾਰੀ ਜਾ ਰਹੇ ਨੇ, ਪੁਲਿਸ ਜਾ ਰਹੀ ਹੈ, ਉਹਨਾਂ ਦੇ ਘਰਦਿਆਂ ਨੂੰ ਧਮਕਾ ਕੇ, ਮਨਾ ਕੇ ਬਿਆਨ ਵਾਪਸ ਲੈਣ ਲਈ ਕਹਿ ਰਹੇ ਨੇ। ਦੇਖੋ, ਤੇ ਸੁਪਰੀਮ ਕੋਰਟ ਫਿਰ ਕੱਲ ਸਖਤ ਹੋ ਗਈ। ਉਹਨਾਂ ਨੇ ਦਿੱਲੀ ਪੁਲਿਸ ਨੂੰ ਵੀ ਤਲਬ ਕਰ ਲਿਆ ਕਿ ਦਿਖਾਓ ਭਾਈ ਕਿੱਥੇ FIR ਦਰਜ ਕੀਤੀ ਹੈ, ਕਿਉਂ ਨਹੀਂ ਅਜੇ ਤੱਕ FIR ਦਰਜ। ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਜਿਹੜੇ ਬ੍ਰਿਜ ਭੂਸ਼ਣ ਦੇ ਖਿਲਾਫ ਹੈ, ਉਹ ਤਾਂ ਆਪ 2022 'ਚ ਇੱਕ ਬਿਆਨ 'ਚ ਮੰਨ ਚੁੱਕਿਆ ਕਿ ਮੈਂ ਕਤਲ ਵੀ ਕੀਤਾ। ਦੇਖੋ, ਉਹਨੇ ਤਾਂ SP ਦੇ ਦਫ਼ਤਰ ਜਾ ਕੇ ਉਹਦੇ ਉੱਤੇ ਰਿਵਾਲਵਰ ਤਾਣ ਲਈ ਸੀ। ਤੇ ਇਸ ਲਈ ਜਿਹਦਾ ਅਜਿਹਾ ਤੇ 11 ਸਾਲਾਂ ਤੋਂ ਇੱਕੋ ਸੀਟ ਤੇ ਕਾਬਜ਼ ਹੈ, ਤੇ ਉਹ ਸਰਕਾਰ ਦੇ ਖਿਲਾਫ ਵੀ, ਪਾਰਟੀ ਦੇ ਖਿਲਾਫ ਵੀ, ਲੀਡਰਾਂ ਦੇ ਖਿਲਾਫ ਵੀ ਬੋਲਵੇ ਤਾਂ ਵੀ ਪਾਰਟੀ ਕੁਸਕਦੀ ਨਹੀਂ। ਤੇ ਹੁਣ ਕਹਿੰਦੇ ਕਿ ਆ ਚੋਣਾਂ ਸੀਗੀਆਂ 16-17 ਮਈ ਨੂੰ,
ਤੇ ਉਹ ਕਹਿੰਦੇ ਚੋਣਾਂ ਅੱਗੇ ਪਾਤੀਆਂ, ਚੋਣਾਂ ਕਰਕੇ ਧਰਨਾ ਲਾ ਰਹੇ ਨੇ। ਉਹ ਕਹਿੰਦੇ ਚੋਣਾਂ ਕਰਕੇ ਧਰਨਾ ਕਿਉਂ ਲਾਉਂਦੇ ਆ? ਉਹ ਤਾਂ ਕਹਿੰਦਾ ਮੈਂ ਹਟ ਜਾਣਾ, ਮੇਰੇ ਮੁੰਡੇ ਨੂੰ ਬਣਾ ਦਿਓ ਪ੍ਰਧਾਨ। ਸੋ ਇਹ ਸਾਰੀ ਸਥਿਤੀ ਵਿੱਚ ਕੱਲ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਹੈ, ਬਕਾਇਦਾ ਤੌਰ ਤੇ ਦਿੱਲੀ ਪੁਲਿਸ ਤੋਂ ਜਵਾਬ ਤਲਬ ਕਰ ਲਿਆ ਕਿ ਦੱਸੋ ਭਾਈ FIR ਕਿਉਂ ਨਹੀਂ, ਇਸ ਮਾਮਲੇ 'ਚ ਸੁਣਵਾਈ ਕਿਉਂ ਨਹੀਂ। ਔਰ ਦੂਸਰੇ ਪਾਸੇ ਪਹਿਲਵਾਨਾਂ ਨੇ ਇਹ ਸਿੱਧਾ ਕਿਹਾ ਕਿ ਸਾਡੇ ਕੁੜੀਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਧਮਕਾਇਆ ਜਾ ਰਿਹਾ ਕਿ ਤੁਸੀਂ ਬਿਆਨ ਵਾਪਸ ਲਓ। ਇੱਥੇ ਹੀ ਨਹੀਂ ਮਾਮਲਾ, ਜਿਹੜੀ ਰਿਪੋਰਟ 18 ਜਨਵਰੀ ਨੂੰ ਧਰਨੇ ਤੇ ਬੈਠੇ ਸੀ, 20 ਜਨਵਰੀ ਨੂੰ ਠਾਲ ਲਿਆ ਸੀ ਕਿ 1 ਮਹੀਨੇ 'ਚ ਆ ਜਾਊਗੀ, ਉਹ 20 ਫਰਵਰੀ ਤੱਕ ਆਉਣੀ ਚਾਹੀਦੀ ਸੀ ਤੇ 23 ਫਰਵਰੀ ਤੱਕ ਡੇਟ ਤੈਅ ਸੀ। 23 ਫਰਵਰੀ ਤੱਕ ਜਦੋਂ ਨਹੀਂ ਆਈ ਤੇ 23 ਫਰਵਰੀ ਲੰਘ ਗਈ, 23 ਮਾਰਚ ਵੀ ਲੰਘ ਗਿਆ, 23 ਅਪ੍ਰੈਲ ਵੀ ਲੰਘ ਗਈ, ਤੇ ਫਿਰ ਇਹ ਦੁਬਾਰਾ ਧਰਨੇ ਤੇ ਬੈਠੇ ਤੇ ਉਹਨੂੰ ਰਿਪੋਰਟ ਵਾਲੀਆਂ ਧਿਰਾਂ ਵੀ ਵੰਡੀਆਂ ਗਈਆਂ। ਇੱਕ ਧਿਰ ਕਹਿੰਦੀ ਰਿਪੋਰਟ ਤਿਆਰ ਕਰਕੇ ਪੂਰੀ ਦੇਤੀ ਅਸੀਂ ਤਾਂ, ਹੁਣ ਫੈਸਲਾ ਸਰਕਾਰ ਨੇ ਕਰਦਾ। ਉਹਨਾਂ ਦੇ ਕੁਝ ਨੁਮਾਇੰਦੇ ਕਹਿੰਦੇ ਨਹੀਂ ਅਜੇ ਕੁਝ ਰਹਿੰਦਾ ਸੀ ਪੂਰਾ ਕਰਨਾ, ਇਸ ਲਈ ਲਟਕ ਗਈ। ਤੇ ਇੱਧਰ ਇਹਨਾਂ ਪਹਿਲਵਾਨਾਂ ਚੋਂ ਹੀ ਬਬੀਤਾ ਫੋਗਟ ਹੈ ਇੱਕ, ਜਿਹੜੀ BJP ਦੀ ਲੀਡਰ ਬਣ ਗਈ ਸੀ, BJP 'ਚ ਸ਼ਾਮਲ ਹੋ ਗਈ ਸੀ, ਉਹ ਇਸ ਕਮੇਟੀ 'ਚ ਮੈਂਬਰ ਸੀ। ਉਹ ਕਹਿੰਦੀ ਮੈਂ ਦਸਤਖਤ ਜ਼ਰੂਰ ਕੀਤੇ ਨੇ ਪਰ ਮੈਂ ਰਿਪੋਰਟ ਨਾਲ ਸਹਿਮਤ ਨਹੀਂ। ਠੀਕ ਹੈ, ਕਹਿੰਦੀ ਕਿ ਮੈਨੂੰ ਨਾ ਪੜ੍ਹਨ ਦਿੱਤੀ ਗਈ ਰਿਪੋਰਟ, ਨਾ ਮੇਰੀ ਸਲਾਹ ਲਈ ਗਈ, ਨਾ ਮੇਰੀ ਸਹਿਮਤੀ ਕਬੂਲੀ ਗਈ। ਉਲਟਾ ਜਦੋਂ ਮੈਂ ਪੂਰੀ ਤਿਆਰ ਰਿਪੋਰਟ ਪੜ੍ਹ ਰਹੀ ਸੀ, ਮੇਰੇ ਤੋਂ ਧੱਕੇ ਨਾਲ ਖੋ ਕੇ ਲੈ ਗਈ ਰਾਧਿਕਾ, ਦੇਖੋ ਜਿਹੜੀ ਬੀਬੀ ਹੈ। ਤੇ ਉਹ ਕਹਿੰਦੀ ਇਸ ਲਈ ਮੈਂ ਆਪਣੇ ਪਹਿਲਵਾਨ ਭਾਈਚਾਰੇ ਨਾਲ ਖੜੀ ਹਾਂ ਤੇ ਇਹ ਧੋਖਾ ਏ, ਇਹਦੇ ਵਿੱਚ ਬਹੁਤ ਕੁਝ ਲੁਕੋਇਆ ਗਿਆ, ਝੂਠ ਨੂੰ ਲੁਕੋਇਆ ਗਿਆ, ਮਤਲਬ ਕਿ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੋਈ ਆ। ਸੋ ਇਸ ਲਈ ਕਹਿੰਦੀ ਕਿ ਮੈਂ ਇਸ ਰਿਪੋਰਟ ਨਾਲ ਨਹੀਂ ਹਾਂ। ਤੇ ਇਹਦਾ ਮਤਲਬ ਇੱਕ ਪਾਸੇ ਜਿਹੜੀ ਰਿਪੋਰਟ ਕਰਨ ਵਾਲੀਆਂ ਧਿਰਾਂ ਨੇ ਉਹ ਮਾਮਲਾ ਵੀ ਸਾਹਮਣੇ ਆ ਰਿਹਾ, ਦੂਸਰੇ ਪਾਸੇ ਪਹਿਲਵਾਨ ਦੇ ਦੋਸ਼ ਕੇ ਪੁਲਿਸ ਜਾ ਕੇ ਘਰਾਂ 'ਚ ਅਧਿਕਾਰੀ ਜਾ ਕੇ ਧਮਕਾ ਰਹੇ ਨੇ, ਤੀਸਰੇ ਪਾਸੇ ਬ੍ਰਿਜ ਭੂਸ਼ਣ ਦਾ ਰਿਕਾਰਡ, ਤੇ ਚੌਥੇ ਪਾਸੇ ਉਹਨੂੰ ਬਚਾਉਣ ਵਾਲੀਆਂ ਧਿਰਾਂ। ਕੀ ਕਾਰਨ ਹੈ ਮੋਦੀ ਜੀ, ਅਮਿਤ ਸ਼ਾਹ ਜੀ ਕਿਹੋ ਜਿਹੇ ਬੰਦੇ ਨੂੰ ਬਚਾਉਣੇ? ਇਹਦਾ ਮਸਲਾ ਕੀ ਹੈ? ਕਿਉਂਕਿ ਪੁਰਾਣੇ ਆਪਣੇ ਅਕਸ ਜਿਹੇ ਉੱਠੇ ਆ ਰਹੇ ਨੇ, ਕੀ ਉਹ ਮਸਲਾ? ਇਹੋ ਜਿਹੇ ਸਵਾਲਾਂ ਦੇ ਚਿੰਨ੍ਹ ਲੱਗਦੇ ਰਹੇ ਨੇ, ਕੀ ਉਹ ਕਾਰਨ ਹੈ ਕਿ ਹਾਂ ਜਿਹੇ ਉਹੀ ਜੀ ਠੀਕ ਹੈ? ਆਪਾਂ ਇਸੇ ਗੱਲ ਕੀਤੀ ਸੰਸਦ 'ਚ ਕਿਹੋ ਜਿਹੇ ਮੈਂਬਰ ਪਾਰਲੀਮੈਂਟ ਪਹੁੰਚਿਆ। ਬਿਲਕੁਲ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਇੱਥੇ ਪਹਿਲਵਾਨ, ਉਹ ਵੀ ਔਰਤਾਂ ਪਹਿਲਵਾਨ, ਤੇ ਉਹਨਾਂ 'ਚੋਂ ਵੀ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੀਆਂ ਪਹਿਲਵਾਨ, ਤੇ ਉਹਨਾਂ ਦੇ ਮਾਮਲੇ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿਵੇਂ ਆਮ ਲੋਕਾਂ ਦੀ ਸੁਣਵਾਈ ਹੁੰਦੀ ਹੋਊਗੀ। ਫਿਰ ਉਹ ਜਿਹੜੇ ਬਲਡੋਜ਼ਰ ਚੱਲਦੇ ਨੇ, ਘਰ ਢਾਏ ਜਾਂਦੇ ਨੇ, ਉਹ ਸਵਾਲਾਂ ਦੇ ਘੇਰੇ 'ਚ ਆਉਣਗੇ। ਜੀ ਦੇਖੋ ਦੀਪਕ ਜੀ, ਇਹਨਾਂ ਦੀਆਂ ਯਾਰੀਆਂ ਦੋਸਤੀਆਂ ਤਾਂ ਇਹੋ ਜਿਹਿਆਂ ਦੇ ਨਾਲ ਹੈਗੇ ਹੀ ਆ। ਹੁਣੇ ਪਤਾ ਲੱਗਾ ਸੀ ਆਸਟ੍ਰੇਲੀਆ ਦੇ ਵਿੱਚ 5 ਕੋਰੀਅਨ ਮਹਿਲਾਵਾਂ ਦਾ ਰੇਪ ਤੇ ਡਰੱਗ ਕਰਨ ਵਾਲਾ ਜਿਹੜਾ ਬੰਦਾ ਆ, ਬਲੇਸ਼ ਧਨਕਰ, ਉਹ ਓਵਰਸੀਜ਼ ਫਰੈਂਡ ਆਫ ਭਾਜਪਾ ਦਾ ਮੇਨ ਬੰਦਾ ਸੀ। ਤੁਸੀਂ ਆਪ ਹਿਸਾਬ ਲਾ ਸਕਦੇ ਆ ਵੀ ਇਹ ਕੀ ਕੁਝ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਦੀਪਕ ਜੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।